ਵਾਹਿਗੁਰੂ ਜੀ ਅੱਜ ਦੀ ਇਕੱਤਰਤਾ ਦੇ ਵਿੱਚ 77ਵੇਂ ਦਿਨ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦੇ ਵਿੱਚ ਜਿੰਨੇ ਵੀ ਪਰਿਵਾਰ ਬੱਚੇ ਵੀਰ ਭੈਣ ਭਰਾ ਜੁੜੇ ਬੈਠੇ ਆ ਸਾਰੇ ਇੱਕ ਵਾਰੀ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਸਵਾਗਤ ਹੈ ਜੀ। ਸਾਰਿਆਂ ਤੇ ਹੀ ਗੁਰੂ ਦੀ ਬਖਸ਼ਿਸ਼ ਹੈ। ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਇਹ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ ਜੋ ਗੁਰੂ ਦੀ ਸੰਗਤ ਮਿਲਦੀ ਹੈ। ਸੋ ਆਓ ਅੱਜ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਜਿਵੇਂ ਹਰ ਰੋਜ਼ ਦੀ ਤਰ੍ਹਾਂ ਜਾਪ ਦੀ ਸੇਵਾ ਬੱਚੇ ਲੈਂਦੇ ਆ ਤੇ ਨਾਲ ਬੱਚਿਆਂ ਨੂੰ ਬੇਨਤੀ ਕੀਤੀ ਜਾਂਦੀ ਕਿ ਆਪਣੇ ਪਰਿਵਾਰ ਸਮੇਤ ਪਰਿਵਾਰ ਨੂੰ ਵੀ ਨਾਲ ਬਿਠਾਇਆ ਕਰੀਏ ਕਿ 2 ਮਿੰਟ ਦੇ ਲਈ ਉਹ ਵੀ ਸਮਾਂ ਕੱਢਣ ਜੀ। ਸੋ ਬੱਚਿਆਂ ਨੂੰ ਬੇਨਤੀ ਅੱਜ ਦੀ ਜਾਪ ਦੀ ਸੇਵਾ ਹੈ ਸ਼ਰਨਪ੍ਰੀਤ ਕੌਰ ਜੀ ਕਾਸ਼ਮਪੁਰ ਸ਼ੀਨਾ ਤੋਂ। ਸ਼ਰਨਪ੍ਰੀਤ ਕੌਰ ਜੀ ਜੇ ਜੁੜੇ ਹੈ ਤੇ ਆਪਣਾ ਹੈਂਡ ਰੇਜ਼ ਕਰਕੇ ਵੀਡੀਓ ਔਨ ਕਰਨ ਜੀ। श्री वाहिगुरु जी का खालसा श्री वाहिगुरु जी की फतेह जी। आ रही है जी। वाहिगुरु जी का खालसा वाहिगुरु जी की फतेह। हाँ जी बेटा शुरू करो जी। एक ओंकार सतनाम करता पुरख निर्भव निर्वैर अकाल मूरत अजूनी सबं गुर प्रसाद जप आद सच जुगा सच हैप्पी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सबं गुर प्रसाद जप आद सच जुगाद सच हैप्पी सच। एक ओंकार सतनाम करता पुरख निर्भव निर्वैर अकाल मूरत अजूनी सबं गुर प्रसाद जप आद सच जुगाद सच हैप्पी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सबं गुर प्रसाद जप आद सच जुगाद सच हैप्पी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सबं गुर प्रसाद जप आद सच जुगाद सच हैप्पी सच। श्री वाहिगुरु जी का खालसा श्री वाहिगुरु जी की फतेह जी। वाहिगुरु जी का खालसा वाहिगुरु जी की फतेह जी। बेटा जी जुड़े रहो 2 मिनट। केड़ी क्लास है तुहाडी ते तुसी पहली बार जुड़े हो? अगे हर रोज जुड़दे हो? तुसी अगे मूल मंत्र आपां गुरमंत्र करदे आ ना सारे? हाँ जी बेटा हौली प्यार दे नाल है ना हौली हौली टिका दे नाल ते आपां जिहड़ा शब्द बोलदे आ अजूनी सह भंग अजूनी अलग शब्द है ना सह भंग अलग शब्द है। इस तरह अलग अलग बोलना इसनूं प्यार नाल है ना। ते तुसी श्लोक पढ़दे सी अगे श्लोक पढ़दे सी जप वाला है ना आद सच जुगाद सच है भी सच नानक होसी भी सच। कदे अद्धा पढ़दे सी है ना कदे पूरा पढ़दे सी। ध्यान दे नाल पुत्तर जी बहुत वधिया कोई गल नहीं आपां लगांगे तां इदां ही सिखांगे है ना। बहुत शाबाश तुसी आए ते जाप दी सेवा लई। कोई गल नहीं आपां सिखना है ना सिखण दे लई कैंप लाया हैगा। पर अपने मम्मा पापा ਵੀਰਾ ਭੈਣ ਕੋਈ भी घर दा मैंबर है ना ते उसनूं नाल बिठा लईदा है ना कि कई बारी आपां पजल हो जाने आ भुल जाने आउंदा भी हुंदा। कोई गल नहीं बेटा पर अगे तो ध्यान रखना है ना अजूनी सह भंग अलग अलग शब्द है ना। बहुत धन्नवाद जी। आओ आपां हुण कीर्तन दा आनंद माणीए जी।
ਕੀਰਤਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਆ ਜੋਨ ਮਹਿਲ ਕਲਾਂ ਤੋਂ ਅਮਰਤਪਾਲ ਸਿੰਘ ਜੀ। ਹਾਂਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਆਪਣੇ ਮੰਮੀ ਪਾਪਾ ਜੀ ਨੂੰ ਵੀ ਨਾਲ ਬਿਠਾਓ ਨਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ ਕਿਹੜੀ ਕਲਾਸ ਤੁਹਾਡੀ? ਨਹੀਂ ਆਵਾਜ਼ ਬਹੁਤ ਬਹੁਤ ਧੰਨਵਾਦ ਜੀ। ਬੱਚੇ ਨੇ ਬੜੀ ਪਿਆਰੀ ਆਵਾਜ਼ ਦੇ ਵਿੱਚ ਸ਼ਬਦ ਕੀਰਤਨ ਕੀਤਾ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ। ਸੋ ਸਾਨੂੰ ਸਾਰਿਆਂ ਨੂੰ ਉਸ ਵਾਹਿਗੁਰੂ ਦੇ ਸਿਫਤ ਸਲਾਹ ਦੀ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ ਜੀ। ਬੇਨਤੀ ਹੈ EPP ਨੰਬਰ 4636 ਕੇ 5 ਮਿੰਟ ਦੇ ਲਈ ਪ੍ਰਭਜੋਤ ਕੌਰ ਜੀ ਜੋ ਆਪਣਾ ਐਕਸਪੀਰੀਅੰਸ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ। ਮੈਂ ਪ੍ਰਭਜੋਤ ਕੌਰ, ਪਿੰਡ ਮੰਗੇਵਾਲ, EPP ਨੰਬਰ 4636, ਜ਼ੋਨ ਮਹਿਲ ਕਲਾਂ। ਮੈਂ ਸਭ ਤੋਂ ਪਹਿਲਾਂ ਅੰਕਲ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਇੰਗਲੈਂਡ ਵਾਲੇ ਤੇ ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਪੂਰੀ ਸੰਸਥਾ ਦਾ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੇਰੀ ਹੁਣ ਤੱਕ 2013 ਤੋਂ ਲੈ ਕੇ 2020 ਤੱਕ ਮੇਰੀ ਸਟੱਡੀ ਕੰਪਲੀਟ ਕਰਵਾਉਣ ਦੇ ਵਿੱਚ ਬਹੁਤ ਯੋਗਦਾਨ ਪਾਇਆ, ਬਹੁਤ ਸਹਿਯੋਗ ਦਿੱਤਾ। ਤੇ ਨਾਲ ਹੀ ਮੈਂ ਆਪਣੇ ਜ਼ੋਨ ਇੰਚਾਰਜ ਅੰਕਲ ਸਰਦਾਰ ਮਲਕੀਤ ਸਿੰਘ ਜੀ ਤੇ ਆਂਟੀ ਜੀ ਸੁਰਿੰਦਰ ਕੌਰ ਜੀ, ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਮੇਂ-ਸਮੇਂ ਤੇ ਜੋ ਵੀ ਦੱਸਣਯੋਗ ਗੱਲ ਸੀ ਜਾਂ ਸਟੱਡੀ ਰਿਲੇਟਡ, ਗੁਰਮਤਿ ਰਿਲੇਟਡ, ਫੀਸ ਰਿਲੇਟਡ ਕੋਈ ਵੀ ਗੱਲ ਸੀ, ਉਸ ਦੇ ਵਿੱਚ ਮੇਰਾ ਬਹੁਤ ਸਹਿਯੋਗ ਦਿੱਤਾ। 2010 ਦੇ ਵਿੱਚ ਘਰ ਦੇ ਹਾਲਾਤ ਕੁਝ ਏਦਾਂ ਦੇ ਸੀ ਕਿ ਉਸ ਸਮੇਂ ਚਿੰਤਾ ਸੀ ਵੀ ਹੋ ਸਕਦਾ ਅੱਗੇ ਸਟੱਡੀ ਕੰਪਲੀਟ ਹੋਊ ਜਾਂ ਨਾ। ਪਾਪਾ ਜੀ ਦਾ ਆਪਰੇਸ਼ਨ ਹੋਇਆ ਸੀ ਤੇ ਬਿਲਕੁਲ ਵੀ ਚੱਲ ਫਿਰ ਨਹੀਂ ਸੀ ਸਕਦੇ। ਉਹੀ ਇੱਕ ਕਮਾਉਣ ਵਾਲੇ ਸੀ ਘਰ ਦੇ ਵਿੱਚ, ਪਰ ਉਲਟਾ ਬਿਮਾਰ ਹੋਣ ਕਰਕੇ ਗੁਜ਼ਾਰਾ ਹੋਣਾ ਵੀ ਘਰ ਦਾ ਮੁਸ਼ਕਲ ਸੀ। ਤੇ 2012 ਦੇ ਵਿੱਚ ਮੈਂ ਸਹਿਜ ਪਾਠ ਸ਼ੁਰੂ ਕੀਤਾ ਸਾਡੇ ਪਿੰਡ ਮੰਗੇਵਾਲ ਵਿਖੇ। ਸਰਦਾਰ ਅਮਰਜੀਤ ਸਿੰਘ ਜੀ ਖਾਲਸਾ ਵੀਰ ਜੀ ਕਲਾਸਾਂ ਲਾਉਂਦੇ ਸੀ, ਉੱਥੇ ਗੁਰਮਤਿ ਦੀ ਸਟੱਡੀ ਸ਼ੁਰੂ ਕੀਤੀ ਤੇ ਉੱਥੇ ਹੀ ਜ਼ੋਨ ਇੰਚਾਰਜ ਅੰਕਲ ਮਲਕੀਤ ਸਿੰਘ ਜੀ ਆਉਂਦੇ ਸੀ ਤੇ ਉਹਨਾਂ ਨੇ ਮੈਨੂੰ ਐਜੂਕੇਟ ਪੰਜਾਬ ਪ੍ਰੋਜੈਕਟ ਬਾਰੇ ਦੱਸਿਆ। ਤੇ ਉਸ ਸਮੇਂ ਮੇਰੀ 2013 ਦੇ ਵਿੱਚ +2 ਕੰਪਲੀਟ ਹੋ ਗਈ ਸੀ ਤੇ ਉਸ ਤੋਂ ਅੱਗੇ ਮੈਂ ਕਾਲਜ ਦੇ ਵਿੱਚ ਸਟੱਡੀ ਕਰਨੀ ਸੀ ਤੇ +2 ਦੇ ਵਿੱਚੋਂ ਮੇਰੇ 83% ਮਾਰਕਸ ਸੀ। ਤਾਂ ਉਸ ਸਮੇਂ ਅੰਕਲ ਜੀ ਨੇ ਮੇਰਾ ਫਾਰਮ ਭਰਵਾਇਆ ਤੇ ਸਾਰੀਆਂ ਸ਼ਰਤਾਂ ਬਾਰੇ ਦੱਸਿਆ ਤੇ ਉਸ ਤੋਂ ਬਾਅਦ ਫਾਰਮ ਭਰਨ ਤੋਂ 1 ਮਹੀਨਾ ਸਵਾ ਮਹੀਨਾ ਦੇ ਵਿੱਚ ਹੀ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ, ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੀ ਸਕਾਲਰਸ਼ਿਪ ਸ਼ੁਰੂ ਹੋ ਗਈ। ਬਹੁਤ ਹੀ ਜਲਦੀ ਸ਼ੁਰੂ ਹੋ ਗਈ ਸੀ ਤੇ ਸਭ ਇਹ ਇੱਕ ਪਰਮਾਤਮਾ ਜੀ ਨੇ ਹੀ, ਵਾਹਿਗੁਰੂ ਜੀ ਨੇ ਹੀ ਸਹਿਯੋਗ ਦਿੱਤਾ। ਤੇ ਉਦੋਂ ਤੋਂ ਲੈ ਕੇ 2013 ਤੋਂ ਲੈ ਕੇ 2020 ਤੱਕ ਮੇਰੀ ਸਕਾਲਰਸ਼ਿਪ ਜੋ ਕਿ ਲਗਾਤਾਰ ਆਉਂਦੀ ਰਹੀ ਤੇ ਮੈਂ ਆਪਣੀ ਜਿਹੜੀ ਸਟੱਡੀ ਉਹ ਕੰਪਲੀਟ ਕੀਤੀ। ਜਦੋਂ ਕਿ ਉਦੋਂ ਉਸ ਟਾਈਮ ਮੈਨੂੰ ਲੱਗਦਾ ਸੀ ਕਿ ਮੇਰੀ ਸਟੱਡੀ, ਜਿਹੜੇ ਮੇਰੇ ਸੁਪਨੇ ਨੇ ਉਹ ਸ਼ਾਇਦ ਵਿੱਚ ਵਿਚਾਲੇ ਰਹਿ ਜਾਣ, ਪਰ ਇੱਕ ਪਾਸੇ ਪਰਮਾਤਮਾ ਜੀ ਤੇ ਵਿਸ਼ਵਾਸ ਸੀ, ਵਾਹਿਗੁਰੂ ਤੇ ਭਰੋਸਾ ਸੀ ਕਿ ਨਹੀਂ, ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ ਉਹ ਆਪ ਹੀ ਸਾਡੀ ਮਦਦ ਜ਼ਰੂਰ ਕਰਨਗੇ। ਤੇ ਜੇਕਰ ਅਸੀਂ ਵਾਹਿਗੁਰੂ ਤੇ ਭਰੋਸਾ ਰੱਖਦੇ ਹਾਂ ਤਾਂ ਉਹ ਪਰਮਾਤਮਾ ਹਰ ਉਹ ਕਾਰਜ ਸੰਭਵ ਕਰ ਦਿੰਦਾ ਜੋ ਸਾਡੀ ਮਨ ਦੀ ਇੱਛਾ ਹੁੰਦੀ ਆ। ਵਾਹਿਗੁਰੂ ਅੱਗੇ ਜਦੋਂ ਅਸੀਂ ਸੱਚੇ ਦਿਲੋਂ ਅਰਦਾਸ ਕਰਦੇ ਹਾਂ ਤਾਂ ਹੋਰ ਜ਼ਰੂਰ ਇੱਕ ਨਾ ਇੱਕ ਦਿਨ ਪੂਰੀ ਹੁੰਦੀ ਆ। ਮੇਰੀ ਵੀ ਇਹੀ ਅਰਦਾਸ ਸੀ ਕਿ ਪਰਮਾਤਮਾ ਜੀ ਮੇਰੀ ਸਟੱਡੀ ਕਿਸੇ ਵੀ ਹੱਲ ਠੀਕ ਹੋ ਜੇ, ਪੂਰੀ ਹੋ ਜੇ ਤੇ ਘਰ ਦੇ ਹਾਲਾਤ ਸਹੀ ਹੋ ਜਾਣ। ਪਰ ਪਰਮਾਤਮਾ ਜੀ ਨੇ ਅੱਜ ਬਹੁਤ ਵਧੀਆ ਬਾਂਹ ਫੜੀ ਆ, ਸਾਰਾ ਕੁਛ ਸੈੱਟ ਆ। ਪਾਪਾ ਜੀ ਵੀ ਉਸ ਤੋਂ ਬਾਅਦ ਬਿਲਕੁਲ ਠੀਕ ਨੇ ਤੇ ਜਿੱਥੇ ਮੈਂ EPP ਦੇ ਨਾਲ, ਐਜੂਕੇਟ ਪੰਜਾਬ ਪ੍ਰੋਜੈਕਟ ਦੇ ਨਾਲ ਜੁੜੀ ਤੇ ਉਸ ਦੇ ਨਾਲ ਮੇਰੀ ਸਕਾਲਰਸ਼ਿਪ ਆਉਂਦੀ ਰਹੀ ਤੇ ਨਾਲੋਂ ਨਾਲ ਮੈਂ ਗੁਰਮਤਿ ਦੇ ਨਾਲ ਵੀ ਜੁੜੀ।
ਸਹਿਜ ਪਾਠ ਸ਼ੁਰੂ ਕੀਤਾ ਤੇ ਉਸ ਦੇ ਨਾਲ ਜੋ ਜ਼ਿੰਦਗੀ ਦੇ ਵਿੱਚ ਵਹਿਮ ਭਰਮ ਸੀ, ਕੱਚ ਪਿੱਲ ਸੀ, ਉਹ ਖਤਮ ਹੋ ਗਿਆ। ਤੇ ਜੋ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਵੱਲੋਂ ਗੁਰਮਤਿ ਮੁਕਾਬਲੇ ਕਰਵਾਏ ਜਾਂਦੇ, ਉਹਨਾਂ ਦੇ ਵਿੱਚ ਵੀ ਹਿੱਸਾ ਲਿਆ। ਤੇ ਜੋ 2016 ਦੇ ਵਿੱਚ ਮੁਕਾਬਲੇ ਹੋਏ, ਉਹਨਾਂ ਦੇ ਵਿੱਚੋਂ ਪੰਜਾਬ ਪੱਧਰ ਤੇ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਤੇ 골ਡ ਕੁਆਇਨ ਪ੍ਰਾਪਤ ਕੀਤੇ। ਤੇ ਉਸ ਤੋਂ ਬਾਅਦ 2018 ਦੇ ਵਿੱਚ ਕੈਸ਼ ਪ੍ਰਾਈਜ਼ ਮਿਲਿਆ। ਤੇ ਇਹ ਸਭ ਪਰਮਾਤਮਾ ਜੀ ਦੀ ਹੀ ਕਿਰਪਾ ਹੈ। ਤੇ ਅਖੀਰ ਦੇ ਵਿੱਚ ਮੈਂ ਫਿਰ ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਪੂਰੀ ਸੰਸਥਾ ਦਾ, ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਜੀ ਦਾ ਤੇ ਆਪਣੇ ਜ਼ੋਨ ਇੰਚਾਰਜ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਪ੍ਰਣ ਕਰਦੀ ਹਾਂ ਕਿ ਜਿਵੇਂ ਮੇਰੀ ਇਸ ਸੰਸਥਾ ਨੇ ਮੇਰੀ ਸਟੱਡੀ ਦੇ ਵਿੱਚ ਪੂਰਾ ਸਹਿਯੋਗ ਦਿੱਤਾ, ਮੇਰੀ ਬਹੁਤ ਮਦਦ ਕੀਤੀ, ਉਸੇ ਤਰ੍ਹਾਂ ਜਦੋਂ ਮੈਨੂੰ ਅੱਗੇ ਹੁਣ ਜੌਬ ਮਿਲੀ ਤਾਂ ਮੈਂ ਵੀ ਜ਼ਰੂਰ ਲੋੜਵੰਦ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਮਦਦ ਕਰਾਂਗੀ। ਜਿੱਥੋਂ ਤੱਕ ਵੀ ਹੋ ਸਕਿਆ ਮੈਂ ਉਨੀ ਮਦਦ ਕਰਾਂਗੀ ਤੇ ਅਰਦਾਸ ਕਰਦੀ ਹਾਂ ਵਾਹਿਗੁਰੂ ਅੱਗੇ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਅਖੀਰ ਦੇ ਵਿੱਚ ਮੈਂ ਫਿਰ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭਜੋਤ ਕੌਰ PPP ਨੰਬਰ 4636 ਜਿਨ੍ਹਾਂ ਨੇ ਆਪਣੀ ਪੜ੍ਹਾਈ ਕੰਪਲੀਟ ਕਰ ਲਈ ਹੈ। ਸੋ ਅੱਜ ਸਾਡੇ ਨਾਲ ਜੁੜੇ ਹਨ ਭਾਈ ਮਲਕੀਤ ਸਿੰਘ ਜੀ ਰਾਈਆ, ਪ੍ਰਚਾਰਕ ਲੁਧਿਆਣਾ ਤੋਂ। ਸੋ ਵੀਰ ਜੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਬੱਚਿਆਂ ਦੇ ਨਾਲ ਰੱਖਣਗੇ ਜੀ, ਜਿਨ੍ਹਾਂ ਦਾ ਵਿਸ਼ਾ ਹੈ ਬਾਣੀ ਕੰਠ ਕਿਉਂ ਅਤੇ ਕਿਵੇਂ ਕਰੀਏ। ਬੱਚੇ ਬਾਣੀ ਕੰਠ ਕਰਦੇ ਆ, ਪੁੱਛਦੇ ਆ, ਤੇ ਉਹਨਾਂ ਦੇ ਅੱਜ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਵਿਸ਼ਾ ਰੱਖਿਆ ਭਾਈ ਸਾਹਿਬ ਨੇ, ਬਾਣੀ ਕੰਠ ਕਿਉਂ ਤੇ ਕਿਵੇਂ ਕਰੀਏ। ਸੋ ਵੀਰ ਜੀਆਂ ਨੂੰ ਬੇਨਤੀ ਹੈ ਕਿ ਜੇ ਉਹ ਸਾਡੇ ਨਾਲ ਜੁੜ ਚੁੱਕੇ ਹਨ ਤੇ ਆਪਣਾ ਹੈਂਡ ਰੇਜ਼ ਕਰ ਲੈਣ, ਪਤਾ ਲੱਗ ਜਾਵੇ ਜੀ। ਹਾਂਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ। ਵੀਡੀਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਸੋਹਣੇ ਵਿਚਾਰ ਸਾਡੀ ਛੋਟੀ ਭੈਣ ਪ੍ਰਭਜੋਤ ਕੌਰ ਸਾਂਝੇ ਕਰ ਰਹੇ ਸਨ ਕਿ ਬੜਾ ਜ਼ਰੂਰੀ ਹੁੰਦਾ ਆ, ਜਿਵੇਂ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਜਿੱਥੇ ਅਸੀਂ ਪੁੰਨ ਦਾਨ ਕਰਨਾ ਆ, ਜਿੱਥੇ ਅਸੀਂ ਕੁਛ ਨਾ ਕੁਛ ਹੱਥੀਂ ਦਾਨ ਦੇਣਾ ਆ, ਪੈਸੇ ਦੇਣੇ ਨੇ ਜਾਂ ਕੁਛ ਹੋਰ ਦਾਨ ਕਰਨਾ ਹੈ, ਉੱਥੇ ਸਭ ਤੋਂ ਵੱਡਾ ਦਾਨ ਹੈ ਕਿ ਕਿਸੇ ਨੂੰ ਗਿਆਨ ਦੇ ਦੇਣਾ, ਕਿਸੇ ਨੂੰ ਸਮਝ ਦੇ ਦੇਣੀ, ਤਾਂ ਕਿ ਉਹ ਗਿਆਨ ਲੈ ਕੇ, ਸਮਝ ਲੈ ਕੇ ਆਪਣੀ ਜ਼ਿੰਦਗੀ ਨੂੰ ਸੋਹਣੀ ਬਣਾ ਸਕੇ ਅਤੇ ਹੋਰਨਾਂ ਤੱਕ ਉਸ ਸਹੀ ਵਿਚਾਰ ਨੂੰ ਜਿਹੜਾ ਆ ਉਹ ਪਹੁੰਚਾ ਸਕੇ। ਬੜਾ ਜ਼ਰੂਰੀ ਹੁੰਦਾ ਆ। ਬਹੁਤ ਘੱਟ ਲੋਕ ਅਜਿਹੇ ਨੇ ਜਿਹੜੇ ਇਸ ਪਾਸੇ ਨੂੰ ਸੋਚਦੇ ਨੇ ਕਿ ਅਸੀਂ ਸਮਾਜ ਦੇ ਭਲੇ ਹਿੱਤ, ਸਮਾਜ ਨੂੰ ਸੋਹਣਾ ਬਣਾਉਣ ਦੇ ਲਈ ਕੁਛ ਅਜਿਹੇ ਯਤਨ ਕਰਨੇ ਨੇ ਜਿਹਦੇ ਨਾਲ ਬੱਚਿਆਂ ਨੂੰ ਰੁਜ਼ਗਾਰ ਵੀ ਮਿਲੇ ਅਤੇ ਉਹਨਾਂ ਬੱਚਿਆਂ ਦੇ ਕੋਲ ਗਿਆਨ, ਉਹਨਾਂ ਬੱਚਿਆਂ ਦੇ ਕੋਲ ਸਮਝ ਵੀ ਹੋਵੇ, ਜਿਸ ਸਮਝ ਅਤੇ ਸਿਆਣਪ ਦੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਨਿਰਵਾਹ ਕਰ ਸਕਦੇ ਨੇ। ਬਹੁਤ ਸੋਹਣਾ ਉਪਰਾਲਾ ਪੰਜਾਬ ਪ੍ਰੋਜੈਕਟ ਵੱਲੋਂ ਕੀਤਾ ਜਾ ਰਿਹਾ ਹੈ ਕਿ ਜਿੱਥੇ ਉਹ ਬੱਚਿਆਂ ਨੂੰ ਮਾਇਕ ਸਹਾਇਤਾ ਦਿੰਦੇ ਨੇ, ਬੱਚਿਆਂ ਨੂੰ ਆਪਣੇ ਪੈਰਾਂ ਸਿਰ ਖੜਾ ਕਰਦੇ ਨੇ, ਬੱਚੇ ਆਪਣੀ ਜ਼ਿੰਦਗੀ ਸੋਹਣੀ ਬਣਾਉਣ ਦੇ ਨਾਲ ਨਾਲ ਆਪਣੇ ਜੀਵਨ ਨੂੰ ਸਫਲ ਬਣਾਉਣ ਦੇ ਲਈ ਜਿੱਥੇ ਉਹ ਹੁਨਰ ਪ੍ਰਾਪਤ ਕਰਦੇ ਨੇ, ਉੱਥੇ ਨਾਲ ਦੀ ਨਾਲ ਗੁਰਮਤਿ ਦੀ ਸਿੱਖਿਆ, ਗੁਰੂ ਦੀ ਵਿਚਾਰ, ਗੁਰੂ ਦਾ ਉਪਦੇਸ਼ ਜੋ ਹੈ ਉਹ ਸਾਂਝਾ ਕਰਵਾਇਆ ਜਾਂਦਾ ਹੈ। ਉਹ ਵੀ ਬਹੁਤ ਸੋਹਣਾ ਇੱਕ ਉਪਰਾਲਾ ਹੈ। ਉਹ ਇੱਦਾਂ ਦੀ ਗੱਲ ਹੈ ਕਿ ਇੱਕ ਐਜੂਕੇਸ਼ਨ ਦੇ ਦੇਣੀ ਤੇ ਐਜੂਕੇਸ਼ਨ ਦੇ ਨਾਲ ਗੁਰਮਤ ਦੇ ਦੇਣੀ, ਇਹ ਦੋਵੇਂ ਗੱਲਾਂ ਇੱਦਾਂ ਦੀਆਂ ਨੇ ਕਿ ਕਿਸੇ ਬੰਦੇ ਨੂੰ ਗੱਡੀ ਲੈ ਕੇ ਦੇ ਦੇਣੀ, ਇਹ ਹੈ ਐਜੂਕੇਸ਼ਨ ਦੇ ਦੇਣੀ, ਪੈਸਾ ਦੇ ਦੇਣਾ ਕਿ ਉਹ ਬੰਦਾ ਐਜੂਕੇਟ ਹੋ ਜਾਏ, ਤੇ ਉਸ ਗੱਡੀ ਨੂੰ ਚਲਾਉਣ ਦੇ ਲਈ ਵਧੀਆ ਟ੍ਰੇਨਿੰਗ, ਵਧੀਆ ਸਲਾਹਕਾਰ, ਵਧੀਆ ਐਡਵਾਈਜ਼ਰ ਕੋਈ ਦੇ ਦੇਣਾ, ਉਹ ਹੈ ਗੁਰਮਤਿ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਜਿਹੜਾ ਇਹਨਾਂ ਵੀਰਾਂ, ਇਹਨਾਂ ਭੈਣਾਂ ਦੇ ਸਹਿਯੋਗ ਦੇ ਵਜੋਂ ਇਸ ਗੁਰਮਤਿ ਕਲਾਸ ਦੇ ਵਿੱਚ ਦਿੱਤਾ ਜਾਂਦਾ ਹੈ। ਅੱਜ ਮੇਰਾ ਟੌਪਿਕ ਸੀ ਬਾਣੀ ਕੰਠ ਕਿਉਂ ਕਰਨੀ ਚਾਹੀਦੀ ਹੈ ਤੇ ਕਿਵੇਂ ਕਰਨੀ ਚਾਹੀਦੀ ਹੈ, ਜਿਸ ਨੂੰ ਜਿਹੜੀ ਸਕਰੀਨ ਤੁਹਾਡੇ ਸਾਹਮਣੇ ਸ਼ੋ ਹੋ ਰਹੀ ਹੈ ਉਹਦੇ ਉੱਤੇ ਲਿਖਿਆ ਵੀ ਆ ਰਿਹਾ ਹੈ ਬਾਣੀ ਕੰਠ।
ਸਦਾ ਬੈਕੁੰਠ। ਬੜੀ ਪਿਆਰੀ ਗੱਲ ਹੈ ਆਪਣੇ ਆਪ ਦੇ ਵਿੱਚ ਕਿ ਮੰਨ ਲਓ ਕੋਈ ਵੀ ਬੰਦਾ ਆ, ਮੰਨ ਲਓ ਮੈਂ ਕਿਤੇ ਵੀ ਸਫ਼ਰ ਕਰ ਰਿਹਾ, ਮੈਂ ਕਿਤੇ ਸਫ਼ਰ ਦੇ ਵਿੱਚ ਜਾ ਰਿਹਾ। ਸਫ਼ਰ ਦੇ ਦੌਰਾਨ ਸੁਭਾਵਿਕ ਗੱਲ ਹੈ ਕਿ ਮੇਰੇ ਕੋਲ ਉਸ ਸਫ਼ਰ ਨੂੰ ਤੈਅ ਕਰਨ ਦੇ ਲਈ ਜਿਹੜੀ ਫਸਟ ਨੀਡ ਹੈ, ਪਹਿਲੀ ਜ਼ਰੂਰਤ ਹੈ, ਮੁੱਢਲੀ ਜ਼ਰੂਰਤ ਹੈ, ਉਹ ਹੋਣੀ ਬਹੁਤ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਉਦਾਹਰਣ ਦੇ ਤੌਰ ਤੇ ਮੰਨ ਲਓ ਮੈਂ ਅੰਮ੍ਰਿਤਸਰ ਤੋਂ ਚੱਲ ਕੇ ਦਿੱਲੀ ਜਾਣਾ ਹੈ। ਉਹਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਮੇਰੇ ਕੋਲ ਬੱਸ ਟਿਕਟ ਹੋਵੇ। ਵਾਹਿਗੁਰੂ ਜੀ। ਵਾਹਿਗੁਰੂ ਹਾਂਜੀ, ਜੀ। ਆਵਾਜ਼ ਆ ਰਹੀ ਹੈ ਜੀ ਮੇਰੀ? ਆਵਾਜ਼ ਆ ਰਹੀ ਹੈ ਵੀਰ ਜੀ, ਆਪਣੀ ਵੀਡੀਓ ਔਨ ਕਰ ਲਓ। ਮੈਂ ਨਾ ਐਕਚੁਅਲੀ ਸਫ਼ਰ 'ਚ ਹੈਗਾ ਆ, ਅੱਛਾ ਅੱਛਾ ਜੀ। ਤੇ ਇਸ ਕਰਕੇ ਮੈਂ ਗੱਡੀ 'ਚ ਹੀ ਰੁਕਿਆ ਹੋਇਆ ਕਲਾਸ ਲਗਾ ਰਿਹਾ, ਤੇ ਮੈਂ ਵੀਡੀਓ ਤਾਂ ਨਹੀਂ ਔਨ ਕੀਤੀ। ਜੇ ਜ਼ਰੂਰੀ ਹੈ ਫਿਰ ਮੈਂ ਕਰ ਲੈਣਾ ਜੀ। ਚਲੋ ਕੋਈ ਗੱਲ ਨਹੀਂ ਵੀਰ ਜੀ। ਹਾਂ, ਜੇ ਆਵਾਜ਼ ਆ ਰਹੀ ਹੈ, ਮੈਂ ਇਸ ਕਰਕੇ ਵੀ ਬੰਦ ਹਾਂਜੀ। ਕੀਤੀ ਨਾ, ਨੈਟਵਰਕ ਦਾ ਹੋ ਸਕਦਾ ਪ੍ਰੋਬਲਮ ਹੋਵੇ ਰਸਤੇ 'ਚ, ਠੀਕ ਹੈ ਵੀਰ ਜੀ, ਠੀਕ ਹੈ। ਕਰਕੇ ਵੀ ਵੀਡੀਓ ਮੈਂ ਬੰਦ ਕੀਤੀ ਹੋਈ ਹੈ ਜੀ, ਉਹਦੇ ਲਈ ਮੈਂ ਮਾਫੀ ਚਾਹੁੰਦਾ। ਨਹੀਂ ਹਾਂਜੀ, ਕੋਈ ਮੈਂ ਗੱਲ ਜ਼ਿਕਰ ਨਹੀਂ। ਕਰ ਰਿਹਾ ਸੀਗਾ ਕਿਉਂਕਿ ਮੈਨੂੰ ਨਾ ਐਕਚੁਅਲੀ ਕਲਾਸ 'ਚੋਂ ਮੈਂ ਕਲਾਸ ਦਾ ਸਕਿਪ ਹੋ ਗਿਆ ਸੀ ਮਾਈਂਡ 'ਚੋਂ, ਤੇ ਵੀਰ ਜੀ ਦਾ ਫੋਨ ਆਇਆ ਮੈਨੂੰ, ਤੇ ਉਦੋਂ ਮੈਂ ਆਪਣੇ ਡੈਸਟੀਨੇਸ਼ਨ ਤੋਂ ਘੱਟੋ ਘੱਟ 100 ਕਿਲੋਮੀਟਰ ਦੂਰ ਸੀਗਾ। ਹੁਣ ਮੈਂ ਰਸਤੇ ਜਾ ਰਿਹਾ ਸੀ ਤੇ ਟਾਈਮ ਹੋ ਗਿਆ, ਮੈਂ ਸੋਚਿਆ ਕਲਾਸ ਲਗਾ ਕੇ ਫਿਰ ਹੀ ਅੱਗੇ ਜਾਂਦੇ ਆ, ਉਹਦੇ ਲਈ ਮਾਫੀ ਵੀ ਚਾਹੁੰਦੇ ਆ। ਹਾਂਜੀ, ਤੇ ਮੈਂ ਜ਼ਿਕਰ ਕਰ ਰਿਹਾ ਸੀ ਕਿ ਮੰਨ ਲਓ ਮੈਂ ਜਾਣਾ ਆ, ਮੇਰੇ ਕੋਲ ਲੋੜੀਂਦਾ ਸਮਾਨ ਹੋਣਾ, ਜਿਹੜੀਆਂ ਫਸਟ ਨੀਡ ਨੇ ਮੇਰੀਆਂ, ਉਹ ਬਹੁਤ ਜ਼ਰੂਰੀ ਨੇ। ਇਸੇ ਤਰੀਕੇ ਦੇ ਨਾਲ ਜਦੋਂ ਮੈਂ ਮੰਨ ਲਓ ਜ਼ਿੰਦਗੀ ਜਿਉਣ ਆਇਆ, ਇਹ ਜ਼ਿੰਦਗੀ ਮੇਰਾ ਇੱਕ ਸਫ਼ਰ ਹੈ, ਇੱਕ ਜਰਨੀ ਹੈ, ਜਿਸ ਜਰਨੀ ਨੂੰ ਮੈਂ ਬਹੁਤ ਕੁਝ ਇਕੱਠਾ ਕਰਨਾ ਆ, ਤੇ ਜਿਹੜਾ ਮੈਂ ਬਹੁਤ ਕੁਝ ਗਵਾਉਣਾ ਵੀ ਹੈ ਤੇ ਬਹੁਤ ਕੁਝ ਪਾਉਣਾ ਵੀ ਹੈ। ਜਿਵੇਂ ਦੁਨਿਆਵੀ ਜਰਨੀ ਕਰਨ ਦੇ ਲਈ ਸਾਨੂੰ ਸਮਾਨ ਦੀ ਜ਼ਰੂਰਤ ਪੈਂਦੀ ਹੈ, ਇਸੇ ਤਰੀਕੇ ਨਾਲ ਸਾਨੂੰ ਜ਼ਿੰਦਗੀ ਦੀ ਜਿਹੜੀ ਸਫ਼ਰ ਹੈ, ਜ਼ਿੰਦਗੀ ਦੀ ਜਿਹੜੀ ਜਰਨੀ ਹੈ, ਇਹ ਤੈਅ ਕਰਨ ਦੇ ਲਈ ਵੀ ਸਾਨੂੰ ਬਹੁਤ ਚੰਗੀਆਂ ਚੀਜ਼ਾਂ ਦੀ, ਬਹੁਤ ਕੁਝ ਦੀ ਜ਼ਰੂਰਤ ਹੁੰਦੀ ਹੈ। ਤੇ ਜਿਹਦੇ ਵਿੱਚ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਉਹ ਹੈ ਗੁਰਬਾਣੀ, ਕਿਉਂਕਿ ਗੁਰਬਾਣੀ ਨੇ ਮੇਰੇ ਸੁਭਾਅ ਨੂੰ ਘੜਨਾ ਆ, ਮੇਰੇ ਨੇਚਰ ਨੂੰ ਘੜਨਾ ਆ। ਤੇ ਜੇ ਮੇਰੇ ਕੋਲ ਗੁਰਬਾਣੀ ਹੋਏਗੀ, ਮੈਂ ਆਪਣੇ ਨੇਚਰ ਨੂੰ, ਆਪਣੀ ਪਰਸਨੈਲਿਟੀ ਨੂੰ ਘੜ ਸਕਦਾ ਹਾਂ, ਆਪਣੀ ਪਰਸਨੈਲਿਟੀ ਨੂੰ ਸੋਹਣਾ ਬਣਾ ਸਕਦਾ। ਉਦਾਹਰਣ ਦੇ ਤੌਰ ਦੇ ਉੱਤੇ ਇੱਕ ਬੰਦਾ ਹੈ, ਉਹ ਆਪਣੇ ਸ਼ਹਿਰ ਤੋਂ ਬਾਹਰ ਕਿਸੇ ਸ਼ਹਿਰ ਜਾਂਦਾ ਹੈ, ਤੇ ਜਦੋਂ ਉਹ ਆਪਣੇ ਸ਼ਹਿਰ ਤੋਂ ਦੂਸਰੇ ਕਿਤੇ ਸ਼ਹਿਰ ਜਾਂਦਾ ਹੈ, ਤੇ ਉਹ ਜਾ ਕੇ ਕਿਸੇ ਤੋਂ ਕਮਰਾ ਮੰਗਦਾ ਆ ਕਿ ਮੈਨੂੰ ਕਮਰਾ ਦਿਓ, ਕਿ ਮੈਂ ਇਸ ਜਗ੍ਹਾ ਤੋਂ ਆਇਆ ਹੋਇਆ ਤੇ ਮੈਂ ਇਸ ਜਗ੍ਹਾ ਤੇ ਕੁਝ ਦਿਨਾਂ ਲਈ ਰੁਕਣਾ ਆ, ਤੇ ਇਸ ਕਰਕੇ ਮੈਨੂੰ ਜਿਹੜਾ ਆ ਘਰ ਚਾਹੀਦਾ ਆ ਰਹਿਣ ਦੇ ਲਈ, ਬਸੇਰਾ ਚਾਹੀਦਾ ਆ ਰਹਿਣ ਦੇ ਲਈ, ਕਮਰਾ ਚਾਹੀਦਾ ਹੈ। ਉਹ ਘਰ ਵਾਲੇ ਜਿਹੜੇ ਨੇ ਉਹ ਕਮਰਾ ਦੇ ਦਿੰਦੇ ਨੇ। ਹੁਣ ਹੁੰਦਾ ਕੀ ਹੈ, ਉਹ ਸਵੇਰੇ ਉੱਠਦਾ ਆ, ਗੀਤ ਲਾ ਲੈਂਦਾ ਆ, ਰਾਤ ਨੂੰ ਸੌਂਦਾ ਆ ਤਾਂ ਵੀ ਗਾਣੇ ਲਾ ਲੈਂਦਾ ਆ। ਉਹ ਜਿਹੜੇ ਘਰ ਦੇ ਮਕਾਨ ਮਾਲਕ ਹੁੰਦੇ ਆ, ਉਹ ਬੜੇ ਇਰੀਟੇਟ ਹੋ ਜਾਂਦੇ, ਬੜੇ ਦੁਖੀ ਹੋ ਜਾਂਦੇ ਨੇ ਕਿ ਯਾਰ ਇਹ ਬੰਦਾ ਸਾਡੇ ਕੋਲ ਰਹਿਣ ਆਇਆ ਹੈ, ਸਾਡੇ ਕੋਲ ਆ ਕੇ ਰੁਕਿਆ ਹੋਇਆ ਹੈ, ਤੇ ਇਹ ਸਵੇਰੇ ਵੀ ਗਾਣੇ ਲਾ ਲੈਂਦਾ ਆ, ਦੁਪਹਿਰੇ ਵੀ ਗਾਣੇ ਗਾਉਂਦਾ ਰਹਿੰਦਾ ਆ, ਸ਼ਾਮ ਨੂੰ ਵੀ ਗਾਣੇ ਗਾਉਂਦਾ ਰਹਿੰਦਾ, ਤੇ ਇਹਦੇ ਨਾਲ ਸਾਡੇ ਬੱਚੇ ਡਿਸਟਰਬ ਹੁੰਦੇ ਨੇ, ਬੱਚੇ ਡਿਸਟਰੈਕਟ ਹੁੰਦੇ ਨੇ, ਉਹਨਾਂ ਬੱਚਿਆਂ ਦਾ ਪੜ੍ਹਾਈ ਦੇ ਉੱਤੇ ਜਿਹੜਾ ਆ ਉਹ ਬਹੁਤ ਫਰਕ ਪੈਂਦਾ ਹੈ। ਉਹ ਕੀ ਪਲਾਨ ਕਰਦੇ ਨੇ ਕਿ ਉਹ ਕਹਿੰਦੇ ਨੇ ਕਿ ਭਾਈ ਸਾਹਿਬ ਜੀ ਤੁਸੀਂ ਕਮਰਾ ਜਿਹੜਾ ਆ ਉਹ ਖਾਲੀ ਕਰ ਦਿਓ, ਛੱਡ ਦਿਓ। ਉਹ ਛੱਡ ਦਿੰਦਾ ਆ, ਤੇ ਬਾਅਦ ਵਿੱਚ ਉਹ ਦੂਸਰੇ ਘਰ ਜਾਂਦਾ ਆ ਕਮਰਾ ਲੈਣ ਦੇ ਲਈ, ਤੇ ਉਹਨੂੰ ਕਿਤੇ ਵੀ ਜਿਹੜਾ ਆ ਉਹ ਕਮਰਾ ਨਹੀਂ ਮਿਲਦਾ, ਕਿਉਂਕਿ ਸਾਰੇ ਪੁੱਛਦੇ ਨੇ ਤੁਸੀਂ ਕਿੱਥੇ ਆਏ ਹੋ, ਤੇ ਉਹ ਦੱਸਦਾ ਹੈ ਕਿ ਮੈਂ ਇੱਥੋਂ ਆਇਆ ਹੋਇਆ ਕਿਸੇ ਸ਼ਹਿਰ ਦਾ ਨਾਂ ਲੈਂਦਾ। ਕਹਿੰਦੇ ਕਦੋਂ ਦੇ ਆਏ ਹੋ? ਉਹ ਦੱਸਦਾ ਮੈਨੂੰ 1 ਮਹੀਨਾ ਹੋ ਗਿਆ। ਉਹ ਕਹਿੰਦਾ 1 ਮਹੀਨਾ ਤੁਸੀਂ ਕਿੱਥੇ ਰੁਕੇ? ਉਹਨੇ ਦੱਸਦਾ ਹੈ, ਉਹ ਵੀ ਬੰਦਾ ਚਲੋ ਇਮਾਨਦਾਰ ਸੀ, ਦੱਸਦਾ ਮੈਂ ਉਸ ਘਰੇ ਰੁਕਿਆ ਸੀ। ਫਿਰ ਕਹਿੰਦੇ ਉੱਥੋਂ ਕਿਉਂ ਛੱਡਿਆ? ਉਹਨੇ ਫਿਰ ਦੱਸਦਾ ਕਿ ਮੇਰੀ ਆਹ ਮਜਬੂਰੀ ਹੈ, ਮੈਂ ਏਦਾਂ ਗਾਣੇ ਗੀਤ ਗਾਉਂਦਾ ਸੀ, ਇਸ ਕਰਕੇ ਮੈਨੂੰ ਘਰੋਂ ਕੱਢਤਾ। ਤੇ ਉਹ ਸਾਰੇ, ਉਹਨੂੰ ਕਮਰਾ ਨਹੀਂ ਮਿਲਦਾ, ਬੜਾ ਦੁਖੀ ਹੁੰਦਾ ਹੈ, ਵਾਪਿਸ ਆ ਜਾਂਦਾ ਹੈ। ਥੋੜੇ ਦਿਨਾਂ ਬਾਅਦ ਉਹਨੂੰ ਇੱਕ ਉਹਦਾ ਦੋਸਤ ਮਿਲਦਾ ਹੈ, ਉਹ ਵੀ ਕਿਸੇ ਬਾਹਰਲੇ ਸ਼ਹਿਰ ਤੋਂ ਡਿਊਟੀ ਕਰਕੇ ਆਇਆ ਹੁੰਦਾ ਆ, ਤੇ ਉਹ ਦੋਵੇਂ ਜਾਣੇ ਬੈਠਦੇ ਨੇ, ਦੋਵੇਂ ਜਾਣੇ ਗੱਲਾਂ ਕਰਦੇ ਨੇ। ਤੇ ਜਦੋਂ ਗੱਲਾਂ ਬਾਤਾਂ ਕਰਦੇ ਨੇ, ਕਹਿੰਦਾ ਮੈਂ ਬਾਹਰ ਗਿਆ ਸੀ ਤੇ ਮੇਰਾ ਨਾ ਸਫ਼ਰ ਵਧੀਆ ਨਹੀਂ ਰਿਹਾ, ਮੈਨੂੰ ਕੋਈ ਚੱਜ ਦਾ ਕਮਰਾ ਨਹੀਂ ਮਿਲਿਆ, ਕੋਈ ਵਧੀਆ ਟਿਕਾਣਾ ਨਹੀਂ ਮਿਲਿਆ, ਮੈਂ 1 ਮਹੀਨਾ ਕਿਸੇ ਦੇ ਘਰੇ ਰਿਹਾ, ਉਹਨਾਂ ਨੇ ਕਮਰਾ ਖਾਲੀ ਕਰਾ ਲਿਆ। ਜਿਹੜਾ ਦੂਸਰਾ ਦੋਸਤ ਸੀਗਾ, ਉਹ ਕਹਿੰਦਾ ਮੈਂ ਵੀ ਬਾਹਰ ਗਿਆ ਸੀ,
ਕਹਿੰਦਾ ਹਾਂ ਤੇਰਾ ਕਿਵੇਂ ਦਾ ਸਫ਼ਰ ਰਿਹਾ? ਕਹਿੰਦਾ ਮੈਂ ਬਾਹਰ ਗਿਆ ਸੀ, ਮੈਂ ਜਿਸ ਦੇ ਘਰੇ ਰੁਕਿਆ ਸੀ ਕਹਿੰਦਾ ਉਹ ਘਰ ਬੜੇ ਪਿਆਰਾ ਸੀ, ਮੇਰੀ ਬੜੀ ਦੇਖਭਾਲ ਕਰਦੇ ਸੀ, ਮੈਨੂੰ ਸਵੇਰੇ ਸ਼ਾਮ ਰੋਟੀ ਪਾਣੀ ਵੀ ਖਵਾਉਂਦੇ ਸੀ। ਕਹਿੰਦਾ ਉਹ ਕਿਵੇਂ? ਕਹਿੰਦਾ ਮੈਂ ਸਵੇਰੇ ਉੱਠਦਾ ਹੁੰਦਾ ਸੀ ਤੇ ਜਦੋਂ ਮੈਂ ਕਹਿੰਦਾ ਇਸ਼ਨਾਨ ਕਰਨਾ, ਇਸ਼ਨਾਨ ਕਰਦੇ ਕਰਦੇ ਨੇ ਮੈਂ ਬਾਣੀ ਪੜ੍ਹੀ ਜਾਣੀ, ਮੈਂ ਕਮਰੇ ਦੀ ਸਫਾਈ ਕਰਦੇ ਹੋਣਾ, ਮੈਂ ਸਫਾਈ ਕਰਦੇ ਕਰਦੇ ਨੇ ਵੀ ਜਿਹੜੀ ਹੈ ਉਹ ਬਾਣੀ ਪੜ੍ਹ ਲੈਣੀ, ਮੈਂ ਨਾਲ ਨਾਲ ਸ਼ਬਦ ਪੜ੍ਹੀ ਜਾਣਾ, ਨਾਲ ਨਾਲ ਮੈਂ ਨਿਤਨੇਮ ਕਰੀ ਜਾਣਾ। ਕਹਿੰਦਾ ਜਦੋਂ ਮੈਂ ਕਮਰੇ 'ਚ ਕੁਝ ਹੋਰ ਕਰ ਰਿਹਾ ਹੁੰਦਾ ਸੀ ਉਦੋਂ ਵੀ ਕਹਿੰਦਾ ਮੇਰੀ ਬਾਣੀ ਪੜ੍ਹਨ ਦੀ ਆਵਾਜ਼ ਉਹਨਾਂ ਨੂੰ ਸੁਣਨੀ। ਤੇ ਕਹਿੰਦੇ ਉਹ ਸਾਰੇ ਹੀ ਜਿਹੜਾ ਪਰਿਵਾਰ ਸੀ ਉਹ ਨਸ਼ਾ ਕਰਦਾ ਸੀ, ਕੋਈ ਬੱਚੇ ਸ਼ਰਾਰਤਾਂ ਕਰਦੇ ਸੀ, ਪਰ ਕਹਿੰਦੇ ਜਦੋਂ ਸਵੇਰੇ ਸ਼ਾਮ ਮੈਂ ਪਾਠ ਕਰਨਾ, ਮੈਂ ਕੰਮ ਕਰਦਿਆਂ ਕਰਦਿਆਂ ਆਪਣੀ ਸਫਾਈ ਕਰਦਿਆਂ ਨਹਾਉਂਦਿਆਂ ਕੱਪੜੇ ਧੋਂਦਿਆਂ ਮੈਂ ਇਹ ਸਾਰੀ ਬਾਣੀ ਨਾਲ ਪੜ੍ਹੀ ਜਾਣੀ। ਤੇ ਉਹ ਕਹਿੰਦਾ ਉਹਦੇ ਨਾਲ ਕੀ ਹੋਣਾ ਕਿ ਉਹ ਪਰਿਵਾਰ ਦੇ ਜੀਅ ਵੀ ਸੁਣਨ ਲੱਗ ਪਏ। ਉਹਨਾਂ ਨੇ ਕਹਿਣਾ ਗੱਲਾਂ ਨਾ ਕਰੋ, ਵੀਰ ਪਾਠ ਕਰ ਰਿਹਾ ਆ ਤੇ ਇਹਦੀ ਬਾਣੀ ਸੁਣੋ, ਕਿੰਨੀ ਸੋਹਣੀ ਬਾਣੀ ਪੜ੍ਹਦਾ ਆ। ਤੇ ਕਹਿੰਦਾ ਇਸ ਤਰੀਕੇ ਦੇ ਨਾਲ ਕਹਿੰਦਾ ਮੈਂ ਸਾਲ ਬਾਅਦ ਉੱਥੋਂ ਆਇਆ ਤੇ ਮੈਨੂੰ ਆਉਣ ਨਹੀਂ ਸੀ ਦਿੰਦੇ। ਤੇ ਕਹਿੰਦਾ ਪਹਿਲੇ 6 ਮਹੀਨੇ ਉਹਨਾਂ ਨੇ ਮੇਰੇ ਤੋਂ ਕਿਰਾਇਆ ਲਿਆ ਤੇ ਉਸ ਤੋਂ ਬਾਅਦ ਮੇਰੇ ਤੋਂ ਕਿਰਾਇਆ ਵੀ ਨਹੀਂ ਸੀ ਲੈਂਦੇ ਕਿ ਤੂੰ ਸਾਡੇ ਘਰ ਆਇਆ ਹੈ ਤੇ ਤੇਰੇ ਬਾਣੀ ਪੜ੍ਹਨ ਨਾਲ ਸਾਡੇ ਘਰ ਦਾ ਜਿਹੜਾ ਆ ਮਾਹੌਲ ਬਹੁਤ ਸੁਧਰ ਗਿਆ ਆ, ਸਾਡੇ ਘਰ ਦਾ ਮਾਹੌਲ ਸੋਹਣਾ ਬਣ ਗਿਆ। ਹੁਣ ਇਹ ਦੋ ਗੱਲਾਂ ਬੇਟਾ ਬੜੀਆਂ ਜ਼ਰੂਰੀ ਨੇ, ਜੇ ਬੱਚੇ ਨੇ ਉਹਨਾਂ ਲਈ ਹੈ, ਜੇ ਭੈਣਾਂ ਨੇ ਉਹਨਾਂ ਲਈ ਹੈ, ਜੇ ਵੱਡੇ ਬਜ਼ੁਰਗ ਨੇ ਮਾਤਾਵਾਂ ਨੇ ਉਹਨਾਂ ਲਈ ਹੈ ਕਿ ਜਦੋਂ ਅਸੀਂ ਆਪਣਾ ਕੰਮ ਕਰਦਿਆਂ ਕਰਦਿਆਂ ਬਾਣੀ ਪੜ੍ਹਦੇ ਆ ਨਾ, ਉਦੋਂ ਉਸ ਕੰਮ ਕਰਨ ਦਾ ਇੱਕ ਆਨੰਦ ਵੱਖਰਾ ਆਉਂਦਾ ਆ, ਇੱਕ ਸਵਾਦ ਵੱਖਰਾ ਆਉਂਦਾ ਆ। ਮੰਨ ਲਓ ਹੁੰਦਾ ਕੀ ਹੈ ਕਿ ਇਤਿਹਾਸ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ ਹੈ ਕਿ ਬੀਬੀ ਅਮਰੋ ਜੀ ਸੀ ਜਿਹੜੇ ਗੁਰੂ ਅੰਗਦ ਸਾਹਿਬ ਦੇ ਬੇਟੀ ਸਨ, ਗੁਰੂ ਅਮਰਦਾਸ ਜੀ ਦੇ ਭਤੀਜਾ ਜੀ ਸਨ, ਜਿਹੜੇ ਭਾਈ ਜੱਸੂ ਜੀ ਉਹਨਾਂ ਦੇ ਨਾਲ ਉਹ ਵਿਆਹੇ ਹੋਏ ਸਨ। ਤੇ ਉਹ ਘਰ ਦਾ ਕੰਮ ਕਾਜ ਕਰਦੇ ਆ, ਦੁੱਧ ਰਿੜਕਦੇ ਆ, ਇਹ ਘਰ ਦੀ ਸਫਾਈ ਕਰਦੇ ਆ, ਉਹ ਬਾਣੀ ਪੜ੍ਹਦੇ ਹੁੰਦੇ ਸਨ। ਹੁਣ ਕੰਮ ਕਰਦੇ ਆ ਬਾਣੀ ਬੰਦਾ ਉਹ ਵੀ ਪੜ੍ਹ ਸਕਦਾ ਜਿਹਨੂੰ ਬਾਣੀ ਕੰਠ ਹੈ। ਆਪਣਾ ਸਵਾਲ ਸੀ ਕਿ ਕਿਉਂ ਕੰਠ ਕਰਨੀ ਜ਼ਰੂਰੀ ਹੈ। ਹੁਣ ਉਹਦੇ ਪਿੱਛੇ ਰੀਜ਼ਨ ਹੋਰ ਵੀ ਨੇ, ਬਟ ਮੈਂ ਜਿਹੜੇ ਮੌਲਿਕ ਰੀਜ਼ਨ ਨੇ ਜਿਹੜੀਆਂ ਜਿਹਦੇ ਨਾਲ ਸਾਡੀ ਮੋਰਲ ਵੈਲਿਊ ਬਣਨੀ ਹੈ, ਮੈਂ ਉਹ ਗੱਲਾਂ ਤੁਹਾਡੇ ਨਾਲ ਕਰ ਰਿਹਾ ਕਿ ਜਦੋਂ ਸਾਨੂੰ ਬਾਣੀ ਕੰਠ ਹੋਏਗੀ, ਅਸੀਂ ਆਪਣਾ ਕੰਮ ਕਰਦੇ ਹਾਂ, ਵਿਹਲੇ ਬੈਠੇ ਹਾਂ, ਬਾਣੀ ਪੜ੍ਹਦੇ ਰਵਾਂਗੇ, ਸਾਡੀਆਂ ਵਾਈਬ੍ਰੇਸ਼ਨਸ ਵੀ ਪੋਜ਼ਿਟਿਵ ਰਹਿਣਗੀਆਂ, ਸਾਡਾ ਆਲਾ ਦੁਆਲਾ ਵੀ ਪੋਜ਼ਿਟਿਵ ਰਹੇਗਾ, ਅਤੇ ਜਿੱਥੇ ਅਸੀਂ ਰਹਿ ਰਹੇ ਹਾਂ, ਜਿੱਥੇ ਅਸੀਂ ਕੰਮ ਕਰ ਰਹੇ ਹਾਂ, ਉਹ ਵੀ ਸਾਡਾ ਸਾਰਾ এনवायरमेंट ਜਿਹੜਾ ਆ ਉਹ ਪੋਜ਼ਿਟਿਵ ਹੋਏਗਾ। ਇੱਕ ਵਾਰ ਦੀ ਗੱਲ ਹੈ, ਮੈਂ ਅੰਮ੍ਰਿਤਸਰ ਤੋਂ ਆ ਰਿਹਾ ਸੀ। ਅੰਮ੍ਰਿਤਸਰ ਤੋਂ ਆਉਂਦਿਆਂ ਕਟਿੰਗ ਵਾਲਾ ਵੀਰ ਮੇਰੇ ਨਾਲ ਬੱਸ ਤੇ ਬੈਠਾ ਹੋਇਆ, ਰਾਤ ਹਨੇਰਾ ਹੋ ਗਿਆ ਸਾਨੂੰ, ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਹੈ। ਤੇ ਜਦੋਂ ਹਨੇਰਾ ਹੋ ਗਿਆ, ਸ਼ਾਮਾਂ ਪੈ ਗਈਆਂ, ਤੇ ਉਹ ਵੀਰ ਨੇ ਆਪਣਾ ਮੋਬਾਈਲ ਬੰਦ ਕਰਕੇ ਜੇਬ 'ਚ ਪਾਇਆ, ਆਪਣੇ ਉਹਨੇ ਸ਼ੂਜ਼ ਖੋਲੇ ਤੇ ਸ਼ੂਜ਼ ਖੋਲ ਕੇ ਚੌਂਕੜੀ ਮਾਰ ਕੇ ਬੱਸ 'ਚ, ਮੇਰੇ ਨਾਲ ਹੀ ਬੈਠਾ ਹੋਇਆ ਸੀ, ਚੌਂਕੜੀ ਮਾਰ ਕੇ ਬੱਸ 'ਚ ਬੈਠਾ, ਸਿਰ ਤੇ ਰੁਮਾਲ ਬੰਨਿਆ ਤੇ ਪਾਠ ਕਰਨ ਲੱਗ ਪਿਆ। ਮੈਨੂੰ ਬੜੀ ਖੁਸ਼ੀ ਹੋਈ। ਪਾਠ ਕਰਨ ਤੋਂ ਬਾਅਦ 'ਚ ਮੈਂ ਉਹਨੂੰ ਪੁੱਛਿਆ ਤੇ ਮੈਂ ਕਿਹਾ ਤੁਸੀਂ ਜ਼ੁਬਾਨੀ ਪਾਠ ਕਰ ਲੈਂਦੇ ਹੋ, ਕੰਠ ਹੈ ਤੁਹਾਨੂੰ? ਕਹਿੰਦਾ ਹਾਂ। ਕਹਿੰਦਾ ਮੇਰੇ ਨਾਨਾ ਜੀ ਨੇ ਮੈਨੂੰ ਬਾਣੀ ਕੰਠ ਕਰਵਾਈ ਸੀ। ਕਹਿੰਦਾ ਮੈਂ ਕਿਤੇ ਵੀ ਹੋਵਾਂ, ਕਿਤੇ ਸਫ਼ਰ ਕਰ ਰਿਹਾ ਹੋਵਾਂ, ਕਿਤੇ ਵੀ ਬੈਠਾ ਹੋਵਾਂ, ਕਿਤੇ ਵੀ ਹੋਵਾਂ, ਕਹਿੰਦਾ ਮੈਂ ਬਾਣੀ ਮੈਨੂੰ ਕੰਠ ਹੈ, ਮੈਂ ਪੜ੍ਹ ਲੈਣਾ ਆ। ਇਹ ਸੀ ਸਾਡੀ ਪਰਸਨੈਲਿਟੀ ਨੂੰ ਘੜਨ ਵਾਲੀ ਪਹਿਲੀ ਗੱਲ ਕਿ ਅਸੀਂ ਜਦੋਂ ਬਾਣੀ ਸਾਨੂੰ ਕੰਠ ਹੋਏਗੀ, ਅਸੀਂ ਕਿਤੇ ਵੀ ਹੋਵਾਂਗੇ, ਸਾਨੂੰ ਗੁਟਕਾ ਲੱਭਣ ਦੀ ਜ਼ਰੂਰਤ ਨਹੀਂ ਹੋਏਗੀ, ਸਾਨੂੰ ਕੁਝ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੋਏਗੀ, ਅਸੀਂ ਆਰਾਮ ਨਾਲ ਉੱਥੇ ਬੈਠ ਕੇ ਆਪਣਾ ਜਾਪ ਕਰ ਸਕਦੇ ਹਾਂ, ਬਾਣੀ ਪੜ੍ਹ ਸਕਦੇ ਹਾਂ। ਇਸ ਕਰਕੇ ਬਾਣੀ ਕੰਠ ਕਰਨੀ ਵੀ ਜ਼ਰੂਰੀ ਹੈ। ਹੁਣ ਇਹਦਾ ਇੱਕ ਹੋਰ ਪੱਖ ਹੈ ਕਿ ਬਾਣੀ ਕੰਠ ਕਿਉਂ ਕਰਨੀ। ਮੰਨ ਲਓ ਮੈਂ ਜ਼ਿੰਦਗੀ ਜਿਉਂਦਿਆਂ ਕਿਉਂਕਿ ਜ਼ਿੰਦਗੀ ਇੱਕ ਸਫ਼ਰ ਹੈ, ਸਫ਼ਰ ਚੱਲਦਿਆਂ ਮੰਨ ਲਓ ਕੀ ਹੋਇਆ ਕਿ ਮੇਰੀ ਜ਼ਿੰਦਗੀ ਦੀ ਗੱਡੀ ਕਿਸੇ ਐਸੇ ਸਟੇਸ਼ਨ ਤੇ ਰੁਕ ਗਈ ਹੈ ਜਿੱਥੇ ਮੈਂ ਚੋਰੀ ਕਰਨ ਲੱਗ ਪਿਆ। ਮੇਰੇ ਮਨ 'ਚ ਖਿਆਲ ਆ ਗਿਆ ਕਿ ਮੈਂ ਚੋਰੀ ਕਰਨੀ ਹੈ। ਹੁਣ ਮੈਂ ਚੋਰੀ ਕਰਨ ਲੱਗਾ, ਮੇਰੀ ਗੱਡੀ ਰੁਕੀ ਹੈ ਸਟੇਸ਼ਨ ਤੇ ਕਿ ਮੈਂ ਚੋਰੀ ਕਰਨੀ ਹੈ, ਪਰ ਅਚਾਨਕ ਮੇਰੇ ਮਨ ਦੇ ਵਿੱਚ ਉਹ ਬਾਣੀ ਦਾ ਸ਼ਬਦ ਯਾਦ ਕੀਤਾ ਹੋਇਆ ਆ ਗਿਆ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਕਿ ਜਿਹੜਾ ਬੰਦਾ ਚੋਰੀ ਕਰਦਾ ਹੈ, ਜਿਹੜਾ ਬੰਦਾ ਬੇਈਮਾਨੀ ਕਰਦਾ ਹੈ, ਕਿਸੇ ਨਾਲ ਠੱਗੀ ਕਰਦਾ ਆ, ਉਹਦੀ ਕੋਈ ਹਾਮੀ ਨਹੀਂ ਭਰਦਾ, ਉਹਦੀ ਕੋਈ ਸਪੋਰਟ ਨਹੀਂ ਕਰਦਾ। ਤੇ ਜਿਹੜਾ ਬੰਦਾ ਚੋਰੀ ਕਰਦਾ ਹੈ ਤੇ ਉਹਦਾ ਚੋਰੀ ਕੀਤਾ ਹੋਇਆ ਕੰਮ ਕਦੀ ਵੀ ਭਲੇ ਹਿੱਤ ਨਹੀਂ ਜਾਂਦਾ, ਕਦੀ ਵੀ ਸਕਸੀਡ ਜਿਹੜਾ ਆ ਨਹੀਂ ਹੁੰਦਾ, ਉਸਨੂੰ ਸਕਸੈਸ ਨਹੀਂ ਮਿਲਦੀ ਚੋਰ ਨੂੰ। ਹੁਣ ਬਾਣੀ ਕੰਠ ਸੀ, ਅਚਾਨਕ ਮੇਰੇ ਮਾਈਂਡ 'ਚ ਬਾਣੀ ਦੀ ਪੰਕਤੀ ਆ ਗਈ ਤੇ ਮੈਂ ਉਸ ਗਲਤ ਪਾਸਿਓਂ ਰੁਕ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਮੈਂ ਕਿਸੇ ਕੰਪੀਟੀਸ਼ਨ 'ਚ ਪਾਰਟਿਸਿਪੇਟ ਕਰ ਰਿਹਾ
ਕੰਪੀਟੀਸ਼ਨ 'ਚ ਪਾਰਟਿਸਿਪੇਟ ਕਰਦਿਆਂ ਮੇਰੇ ਮਨ 'ਚ ਖਿਆਲ ਆਇਆ ਕਿ ਹੁਣ ਨਾ ਮੈਂ ਜਿੱਤ ਨਹੀਂ ਸਕਦਾ। ਜਿਹੜਾ ਸਾਹਮਣੇ ਵਾਲਾ ਪਲੇਅਰ ਹੈ ਇਹ ਵਰਲਡ ਲੈਵਲ ਦਾ ਬੈਸਟ ਪਲੇਅਰ ਹੈ, ਇਹ ਬਹੁਤ ਵਧੀਆ ਪਲੇਅਰ ਹੈ, ਇਹਨੂੰ ਜਿੱਤਣਾ, ਇਹਦੇ ਮੁਕਾਬਲੇ ਖੜੇ ਹੋਣਾ ਬਹੁਤ ਔਖਾ, ਮੈਂ ਘਬਰਾ ਜਾਵਾਂ, ਮੈਂ ਡਰ ਜਾਵਾਂ। ਤੇ ਜੇ ਮੈਨੂੰ ਬਾਣੀ ਦੀ ਪੰਕਤੀ ਚੇਤੇ ਹੋਏਗੀ, ਬਾਣੀ ਮੈਂ ਪੜ੍ਹੀ ਹੋਏਗੀ, ਤੇ ਬਾਣੀ ਮੈਨੂੰ ਦੱਸੇਗੀ ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋਹਡੜਾ, ਛਿਜ ਅਵੇਹਾ ਵਾਰ ਬਹੁਰ ਨਾ ਹੋਵੇ ਜਨਮੜਾ। ਹੁਣ ਮੈਨੂੰ ਬਾਣੀ ਕੰਠ ਹੈ, ਮੈਨੂੰ ਬਾਣੀ ਨੇ ਹੌਸਲਾ ਦਿੱਤਾ ਕਿ ਅੱਗੇ ਨੂੰ ਵੱਧ, ਪਿੱਛੇ ਨਾ ਮੁੜਨ ਦੀ ਸੋਚ, ਅਗਾਂਹ ਕੋ ਤਰਾਂਗ, ਅੱਗੇ ਚੱਲ, ਪਿੱਛੇ ਜੇ ਮੁੜੇਗਾ ਨੁਕਸਾਨ ਹੋ ਸਕਦਾ ਹੈ, ਪਰ ਜੇ ਅੱਗੇ ਚੱਲੇਗਾ, ਅੱਗੇ ਵਧੇਗਾ ਤੇ ਤੇਰੇ ਜਿੱਤਣ ਦੇ ਚਾਂਸਸ ਜ਼ਿਆਦਾ ਨੇ। ਮੰਨ ਲਓ ਮੈਂ ਕੰਪੀਟ ਕਰ ਰਿਹਾ ਤੇ ਜੇ ਮੈਂ ਕਹਾਂ ਕਿ ਮੈਂ ਖੇਡਣਾ ਹੀ ਨਹੀਂ ਹੈ, ਇਹਦਾ ਮਤਲਬ ਮੈਂ ਹਾਰ ਚੁੱਕਿਆ। ਪਰ ਜੇ ਮੈਂ ਖੇਡਾਂ, ਸੋਚਾਂ ਕਿ ਨਹੀਂ ਮੈਂ ਖੇਡ ਕੇ ਹਾਰਨਾ ਆ, ਫਿਰ ਮੇਰੇ ਜਿੱਤਣ ਦੇ ਚਾਂਸਸ ਵੱਧ ਜਾਂਦੇ ਨੇ, ਮੇਰੇ ਹਾਰਨ ਦੇ ਚਾਂਸਸ ਘਟ ਜਾਂਦੇ ਨੇ। ਇਹ ਵੀ ਗੱਲ ਮੈਨੂੰ ਗੁਰਬਾਣੀ ਚੋਂ ਸਿੱਖਣ ਲਈ ਮਿਲ ਜਾਂਦੀ ਹੈ। ਹੁਣ ਮੰਨ ਲਓ ਮੇਰਾ ਜ਼ਿੰਦਗੀ ਦਾ ਸਫ਼ਰ ਹੈ, ਸਫ਼ਰ ਕਰਦਿਆਂ ਮੇਰੀ ਟ੍ਰੇਨ ਇੱਕ ਅਜਿਹੇ ਸਟੇਸ਼ਨ ਤੇ ਰੁਕੀ ਜਿੱਥੇ ਮੈਨੂੰ ਕਿਸੇ ਨਾਲ ਨਫ਼ਰਤ ਹੋ ਗਈ ਹੈ, ਮੈਂ ਕਿਸੇ ਨਾਲ ਨਫ਼ਰਤ ਕਰਨ ਲੱਗ ਪਿਆ, ਮੇਰੇ ਅੰਦਰ ਕਿਸੇ ਨਾਲ ਬੇਈਮਾਨੀ ਆ ਗਈ ਹੈ, ਮੈਂ ਨਫ਼ਰਤ ਕਰਨ ਲੱਗ ਪਿਆ, ਮੇਰੇ ਅੰਦਰ ਈਰਖਾ ਪੈਦਾ ਹੋ ਗਈ ਹੈ। ਹੁਣ ਜਦੋਂ ਮੈਂ ਈਰਖਾ ਕਰਨ ਲੱਗ ਪਿਆ ਤੇ ਜੇ ਮੈਂ ਈਰਖਾ ਕਰਾਂਗਾ ਉਹਦੇ ਨਾਲ ਮੈਂ ਅੰਦਰੋਂ ਵੀ ਦੁਖੀ ਹੋਵਾਂਗਾ, ਮੇਰਾ ਆਲਾ ਦੁਆਲਾ ਵੀ ਖਰਾਬ ਹੋਏਗਾ, ਮੇਰੀ ਜਿਹੜੀ ਸੰਗਤ ਹੈ ਉਹ ਵੀ ਖਰਾਬ ਹੋਏਗੀ। ਪਰ ਜੇ ਮੈਨੂੰ ਬਾਣੀ ਕੰਠ ਹੋਏਗੀ, ਬਾਣੀ ਦੀਆਂ ਪੰਕਤੀਆਂ ਮੈਨੂੰ ਚੇਤੇ ਹੋਣਗੀਆਂ। ਹੁਣ ਇਹਦੇ ਪਿੱਛੇ ਇੱਕ ਹੋਰ ਰੀਜ਼ਨ ਹੈ, ਕਈ ਵਾਰ ਬਾਣੀ ਚੇਤੇ ਹੁੰਦੀ ਹੈ, ਬਾਣੀ ਕੰਠ ਹੁੰਦੀ ਹੈ, ਬਟ ਬੰਦਾ ਫਿਰ ਵੀ ਉੱਤੇ ਅਮਲ ਨਹੀਂ ਕਰਦਾ। ਇਹਦੀ ਐਗਜ਼ਾਮਪਲ ਮੈਂ ਅਗਲੀ ਐਗਜ਼ਾਮਪਲ ਦਿੰਦਾ ਤੁਹਾਨੂੰ। ਹੁਣ ਮੰਨ ਲਓ ਮੇਰੇ ਮਨ 'ਚ ਆ ਗਿਆ ਕਿ ਮੈਂ ਈਰਖਾ ਕਰਨ ਲੱਗ ਪਿਆ, XYZ, ਮੈਂ ਕਿਸੇ ਨਾਲ ਨਫ਼ਰਤ ਕਰਨ ਲੱਗ ਪਿਆ, ਮੈਂ ਕਿਸੇ ਨਾਲ ਹੇਟ ਕਰਨ ਲੱਗ ਪਿਆ। ਹੇਟ ਕਰਦਿਆਂ ਨਫ਼ਰਤ ਕਰਦਿਆਂ ਕੀ ਹੋਇਆ ਕਿ ਮੈਨੂੰ ਈਰਖਾ ਹੋ ਗਈ ਕਿਸੇ ਨਾਲ। ਹੁਣ ਜਦੋਂ ਈਰਖਾ ਆ, ਨਫ਼ਰਤ ਹੈ, ਮੈਂ ਉਸ ਬੰਦੇ ਨੂੰ ਚੰਗਾ ਹੀ ਨਹੀਂ ਸਮਝਦਾ। ਪਰ ਅਚਾਨਕ ਜਦੋਂ ਹੀ ਮੇਰੇ ਅੰਦਰ ਈਰਖਾ ਪੈਦਾ ਹੋਈ, ਮੇਰੇ ਅੰਦਰ ਨਫ਼ਰਤ ਪੈਦਾ ਹੋਈ, ਤੇ ਮੇਰੇ ਅੰਦਰ ਇੱਕ ਖਿਆਲ ਆਇਆ ਕਿ ਗੁਰਬਾਣੀ 'ਚ ਇੱਕ ਪੰਕਤੀ ਲਿਖੀ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ। ਸਾਧ ਸੰਗਤ ਭਾਵ ਗੁਰੂ ਦੀ ਸਹੀ ਵਿਚਾਰਧਾਰਾ, ਸਾਧੇ ਹੋਏ ਗੁਰੂ ਦਾ ਉਪਦੇਸ਼ ਜਦੋਂ ਦਾ ਮੇਰੀ ਜ਼ਿੰਦਗੀ 'ਚ ਆਇਆ ਹੈ, ਤੇ ਉਦੋਂ ਦੀ ਕੀ ਵਿਸਰੀ ਹੈ? ਵਿਸਰ ਗਈ ਹੈ ਕਿ ਤਾਤ ਪਰਾਈ, ਪਰਾਈ ਈਰਖਾ, ਜਿਹੜੀ ਈਰਖਾ ਮੇਰੀ ਹੈ ਹੀ ਨਹੀਂ ਸੀ ਕਦੀ, ਉਹ ਈਰਖਾ ਮੈਂ ਕਰਨੀ ਸ਼ੁਰੂ ਕਰ ਦਿੱਤੀ ਸੀ ਕਿਸੇ ਮਜਬੂਰੀ ਵਸ ਜਾਂ ਹੰਕਾਰ ਵਸ। ਪਰ ਜਦੋਂ ਦਾ ਮੈਂ ਗੁਰੂ ਦੇ ਸ਼ਬਦ ਨੂੰ ਸਮਝਿਆ ਹੈ, ਗੁਰੂ ਦੀ ਵਿਚਾਰ ਨੂੰ ਜਦੋਂ ਦਾ ਮੈਂ ਸਮਝਿਆ ਹੈ, ਉਦੋਂ ਦਾ ਮੈਂ ਈਰਖਾ ਕਰਨੀ ਜਿਹੜੀ ਹੈ ਉਹ ਛੱਡ ਦਿੱਤੀ ਹੈ। ਮੈਂ ਉਹ ਉਪਦੇਸ਼ ਗੁਰੂ ਦਾ ਜ਼ਿੰਦਗੀ 'ਚ ਵਸਾ ਲਿਆ ਆ। ਬਿਸਰ ਗਈ ਸਭ ਤਾਤ ਪਰਾਈ, ਇਹ ਗੱਲ ਹੋ ਗਈ। ਹੁਣ ਇਹ ਉਦੋਂ ਹੀ ਹੋਏਗਾ ਜਦੋਂ ਕਿਤੇ ਬਾਣੀ ਮੈਨੂੰ ਕੰਠ ਹੋਏਗੀ। ਬਾਣੀ ਦੀ ਐਗਜ਼ੈਕਟਲੀ ਫਾਰਮ ਜਿਹੜੀ ਹੈ, ਜਿਸ ਫਾਰਮ 'ਚ ਮੈਨੂੰ ਗੁਰਬਾਣੀ ਨੇ ਮੇਰੀ ਪਰਸਨੈਲਿਟੀ ਨੂੰ ਘੜਨਾ ਆ, ਉਹ ਹੋਏਗੀ, ਫਿਰ ਹੀ ਹੋਏਗੀ। ਹੁਣ ਇਹਦੀ ਨੈਗੇਟਿਵਿਟੀ ਵੀ ਕਈ ਵਾਰ ਹੋ ਜਾਂਦੀ ਹੈ। ਕਈ ਲੋਕਾਂ ਨੂੰ ਬਾਣੀ ਬਹੁਤ ਕੰਠ ਹੈ, ਬਾਣੀ ਯਾਦ ਬਹੁਤ ਹੈ, ਬਟ ਉਹ ਲੋਕ ਬਾਣੀ ਦੀ ਵਰਤੋਂ ਨਹੀਂ ਕਰਦੇ। ਤੇ ਉਹ ਏਦਾਂ ਆ ਕਿ ਮੰਨ ਲਓ ਮੇਰੇ ਕੋਲ ਪਾਣੀ ਦੀ ਬੋਟਲ ਭਰੀ ਪਈ ਹੋਵੇ, ਮੇਰੇ ਕੋਲ ਪਾਣੀ ਦੀ ਬੋਟਲ ਭਰੀ ਪਈ ਹੈ, ਪਾਣੀ ਪੀਣ ਲਾਇਕ ਹੈ, ਫਿਲਟਰ ਦਾ ਪਾਣੀ ਹੈ, ਬਿਲਕੁਲ ਸਾਫ਼ ਪਾਣੀ ਹੈ, ਪਰ ਮੈਨੂੰ ਪਿਆਸ ਲੱਗੀ ਹੈ, ਪਰ ਮੈਂ ਉਹ ਪਾਣੀ ਭਰੀ ਪਈ ਹੈ ਬੋਤਲ, ਪਰ ਮੈਂ ਪਾਣੀ ਪੀਵਾਂ ਨਾ, ਮੈਂ ਪਿਆਸਾ ਹੀ ਦਮ ਤੋੜ ਦੇਵਾਂ, ਮੈਂ ਪਿਆਸਾ ਹੀ ਮਰ ਜਾਵਾਂ, ਤੇ ਫਿਰ ਕੀ ਹੈ? ਮੇਰੇ ਕੋਲ ਪਾਣੀ ਦੀ ਬੋਤਲ ਸੀ ਪਰ ਮੈਨੂੰ ਪੀਣੀ ਨਹੀਂ ਆਈ, ਨਾ ਪੀਣ ਕਰਕੇ ਮੇਰੀ ਡੈਥ ਹੋ ਗਈ ਹੈ। ਇਸੇ ਤਰੀਕੇ ਨਾਲ ਜਿਹੜੇ ਬੰਦਿਆਂ ਨੂੰ ਬਾਣੀ ਕੰਠ ਹੈ, ਜੇ ਉਹ ਜ਼ਿੰਦਗੀ ਵਿੱਚ ਇੰਪਲੀਮੈਂਟ ਨਹੀਂ ਕਰਦੇ, ਜੇ ਉਹ ਲੋਕ ਜ਼ਿੰਦਗੀ ਵਿੱਚ ਵਸਾਉਂਦੇ ਨਹੀਂ, ਜੇ ਉਹਦੇ ਮੁਤਾਬਕ ਲੋਕ ਜ਼ਿੰਦਗੀ ਜਿਉਂਦੇ ਨਹੀਂ, ਤੇ ਇਹਦਾ ਮਤਲਬ ਕੀ ਹੈ ਕਿ ਉਹਨਾਂ ਦੇ ਕੋਲ ਪਾਣੀ ਦੀ ਬੋਤਲ ਤੇ ਹੈ ਪਰ ਉਹ ਪਿਆਸ ਨਹੀਂ ਬੁਝਾਉਣਾ ਚਾਹੁੰਦੇ। ਇਸ ਕਰਕੇ ਵੀ ਬਾਣੀ ਕੰਠ ਕਰਨੀ ਜ਼ਰੂਰੀ ਹੈ ਕਿ ਟਾਈਮ ਪੈਣ ਤੇ, ਸਮੇਂ ਤੇ, ਜਿੱਥੇ ਵੀ ਕਿਤੇ ਮੈਂ ਡੋਲਣ ਲੱਗਾ, ਮੇਰਾ ਮਨ ਡੋਲ ਜਾਏ। ਮੈਂ ਮੰਨ ਲਓ ਰਸਤੇ 'ਚ ਤੁਰਿਆ ਜਾ ਰਿਹਾ, ਤੇ ਰਸਤੇ 'ਚ ਤੁਰੇ ਜਾਂਦਿਆਂ ਮੇਰੀਆਂ ਅੱਖਾਂ ਵਿਕਾਰੀ ਹੋ ਗਈਆਂ, ਮੇਰਾ ਅੱਖਾਂ ਕਿਸੇ ਦਾ ਰੂਪ ਵੇਖਣ ਵੱਲ ਪ੍ਰੇਰਿਤ ਹੋ ਗਈਆਂ, ਹਨਾ। ਤੇ ਮੈਂ ਕੀ ਯਾਦ ਕਰੂੰਗਾ? ਮੇਰੇ ਮਨ 'ਚ ਭਾਈ ਗੁਰਦਾਸ ਦੀ ਉਹ ਪੜ੍ਹੀ ਹੋਈ ਤੁਕ ਯਾਦ ਹੋਏਗੀ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ,
ਉਹ ਨੁਕਤਾ ਮੇਰੀ ਜ਼ਿੰਦਗੀ 'ਚ ਕਲਿੱਕ ਕਰੇਗਾ ਤਾਂ ਮੈਂ ਉਸ ਪਾਸੇ ਬਿਲਕੁਲ ਨਹੀਂ ਜਾਊਂਗਾ, ਮੈਂ ਫਿਰ ਰਾਈਟ ਟਰੈਕ ਤੇ ਆ ਜਾਊਂਗਾ। ਇਸ ਕਰਕੇ ਵੀ ਬਾਣੀ ਜਿਹੜੀ ਹੈ ਉਹ ਕੰਠ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਦੋ ਚੀਜ਼ਾਂ ਮੈਂ ਦੱਸੀਆਂ ਨੇ। ਇੱਕ, ਬਾਣੀ ਕੰਠ ਕਰਨੀ ਇਸ ਕਰਕੇ ਜ਼ਰੂਰੀ ਹੈ ਕਿ ਮੈਂ ਆਪਣਾ ਕੰਮ ਕਰਦੇ ਆ, ਆਪਣੀ ਜ਼ਿੰਦਗੀ ਜਿਉਂਦੇ ਆ, ਆਪਣਾ ਡਰਾਈਵ ਕਰਦੇ ਆ, ਆਪਣਾ ਘਰ ਦਾ ਕੋਈ ਵੀ ਕੰਮ ਕਰਦੇ ਆ, ਮੈਂ ਆਟਾ ਗੁੰਨਦੇ ਆ। ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ ਬੱਚੇ, ਦੋ ਗੱਲਾਂ ਇਹਦੇ ਨਾਲ ਮੈਂ ਹੋਰ ਕਰਾਂਗਾ। ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ ਕਿ ਜਿਹੜੀਆਂ ਮਾਤਾਵਾਂ ਸੀ ਨਾ, ਉਹ ਨਾਲ ਨਾਲ ਘਰ ਦਾ ਕੰਮ ਕਰਦੀਆਂ ਸੀ, ਨਾਲ ਨਾਲ ਬਾਣੀ ਪੜ੍ਹਦੀਆਂ ਸੀ। ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ ਕਿ ਮਾਤਾਵਾਂ ਕੇਸ ਕਰਦੀਆਂ ਸਨ, ਬੱਚਿਆਂ ਦੇ ਸਿਰ ਵਾਹੁੰਦੀਆਂ ਸਨ। ਸਿਰ ਵਾਹੁੰਦਿਆਂ ਵਾਹੁੰਦਿਆਂ ਉਹ ਬੱਚੀਆਂ, ਭੈਣਾਂ, ਮਾਤਾਵਾਂ ਬਾਣੀ ਪੜ੍ਹਿਆ ਕਰਦੀਆਂ ਸਨ। ਜਦੋਂ ਉਹ ਨਾਲ ਨਾਲ ਬਾਣੀ ਪੜ੍ਹਦੀਆਂ ਸਨ ਤੇ ਬੱਚੇ ਦੇ ਕੇਸ ਹਰੇ ਕਰਦੀਆਂ ਸਨ, ਭਾਵ ਕੇਸ ਵਾਹੁੰਦੀਆਂ ਸਨ, ਵਾਲ ਵਾਹੁੰਦੀਆਂ ਸਨ। ਤੇ ਉਹ ਬਾਣੀ ਪੜ੍ਹਦਿਆਂ ਪੜ੍ਹਦਿਆਂ ਉਹ ਨਾਲ ਨਾਲ ਬੱਚੇ ਦੇ ਕੇਸ ਕਰ ਰਹੀਆਂ। ਤੇ ਉਹਨਾਂ ਨੇ ਨਾ ਬੜੇ ਪਿਆਰ ਨਾਲ ਜਿਹੜਾ ਆ, ਉਹ ਬੱਚੇ ਨੇ ਪੁੱਛਣਾ ਕਿ ਮਾਤਾ ਜੀ ਤੁਸੀਂ ਜਿਹੜੀ ਬਾਣੀ ਪੜ੍ਹ ਰਹੇ ਹੋ ਤੇ ਜਿਹੜੀ ਬਾਣੀ ਪੜ੍ਹਦੀਆਂ ਜੇ, ਇਹ ਬਾਣੀ ਕੀ ਹੈ, ਇਹਦੇ ਅਰਥ ਕੀ ਬਣਦੇ ਨੇ? ਹੁਣ ਜਦੋਂ ਬੱਚੇ ਨੇ ਸਵਾਲ ਕਰਨਾ ਤੇ ਮਾਂ ਨੂੰ ਬਾਣੀ ਕੰਠ ਹੁੰਦੀ ਸੀ, ਉਹ ਜ਼ੁਬਾਨੀ ਬਾਣੀ ਪੜ੍ਹਦੀਆਂ ਸਨ। ਤੇ ਜ਼ੁਬਾਨੀ ਬਾਣੀ ਪੜ੍ਹਦੀਆਂ ਤੇ ਉਹਨਾਂ ਨੇ ਨਾਲ ਨਾਲ ਬੱਚੇ ਨੂੰ ਉਹਦੀ ਇੰਪੋਰਟੈਂਸ ਦੱਸ ਦੇਣੀ। ਹੁਣ ਮੰਨ ਲਓ ਮਾਂ ਬਾਣੀ ਪੜ੍ਹ ਰਹੀ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੇ ਬੱਚੇ ਨੇ ਪੁੱਛਣਾ, ਮਾਂ ਜਿਹੜੀ ਤੁਸੀਂ ਬਾਣੀ ਪੜ੍ਹੀ ਹੈ ਇਹਦਾ ਅਰਥ ਕੀ ਹੈ? ਤੇ ਮਾਂ ਨੇ ਉਹਦੇ ਅਰਥ ਵੀ ਦੱਸ ਦੇਣੇ ਕਿ ਇਹਦੇ ਅਰਥ ਹੈ ਕਿ ਜਿਹੜਾ ਉਹ ਇੱਕ ਰੱਬ ਹੈ, ਜਿਹੜਾ ਉਹ ਇੱਕ ਅਕਾਲ ਪੁਰਖ ਹੈ, ਜਿਹੜਾ ਇੱਕ ਵਾਹਿਗੁਰੂ ਹੈ, ਉਹਨੂੰ ਥਾਪਿਆ ਨਹੀਂ ਜਾ ਸਕਦਾ, ਉਹਨੂੰ ਬਣਾਇਆ ਨਹੀਂ ਜਾ ਸਕਦਾ। ਤੇ ਇਸ ਤਰੀਕੇ ਨਾਲ ਕੀ ਹੋਣਾ, ਇਸ ਤਰੀਕੇ ਦੇ ਨਾਲ ਕੀ ਹੋਣਾ ਕਿ ਬੱਚੇ ਨੂੰ ਬਾਣੀ ਦਾ ਵੀ ਪਤਾ ਲੱਗ ਜਾਣਾ ਤੇ ਬੱਚਿਆਂ ਨੂੰ ਅਰਥ ਵੀ ਪਤਾ ਲੱਗ ਜਾਣੇ। ਇਹ ਵੀ ਇੱਕ ਫਾਇਦਾ ਆ ਕਿ ਜਦੋਂ ਤੁਹਾਨੂੰ ਬਾਣੀ ਕੰਠ ਹੋਏਗੀ, ਬਾਣੀ ਤੁਹਾਡੀ ਜ਼ੁਬਾਨ ਤੇ ਹੋਏਗੀ, ਤੁਹਾਨੂੰ ਕੋਈ ਪੁੱਛ ਲਏਗਾ ਬਾਣੀ ਪੜ੍ਹਦਿਆਂ ਨੂੰ, ਤੁਸੀਂ ਉਹਦੇ ਅਰਥ ਵੀ ਦੱਸ ਸਕਦੇ ਆ, ਉਹਦੇ ਅਰਥ ਵੀ ਸਮਝਾ ਸਕਦੇ ਆ। ਹੁਣ ਇਹਦੇ ਨਾਲ ਦੀ ਇੱਕ ਗੱਲ ਜਿਹੜੀ ਸਮਝਣ ਯੋਗ ਹੈ, ਬੜੀ ਇੰਪੋਰਟੈਂਟ ਹੈ, ਕਿ ਬਾਣੀ ਯਾਦ ਕਿਵੇਂ ਕਰੀਏ। ਕਿਉਂਕਿ ਬਾਣੀ ਯਾਦ ਕਰਨੀ ਔਖੀ ਹੈ। ਔਖੀ ਕਿਉਂ ਹੈ? ਕਿਉਂਕਿ ਸਾਡੀ ਡੇਲੀ ਰੂਟੀਨ 'ਚ ਨਹੀਂ ਹੈ। ਮੈਨੂੰ ਇੱਕ ਪਿੱਛੇ ਜਿਹੇ ਇੱਕ ਬੱਚਾ ਮਿਲਿਆ, ਹਾਰਡਲੀ ਉਹਦੀ ਏਜ ਹੋਏਗੀ ਮੇਬੀ 14 ਤੋਂ 15 ਸਾਲ। ਤੇ ਉਹ ਬੱਚਾ ਕਹਿੰਦਾ ਹੈ ਕਿ ਸਰ ਜੀ ਮੈਨੂੰ 20 ਤੋਂ 22 ਗਾਣੇ ਆਉਂਦੇ ਨੇ, ਜ਼ੁਬਾਨੀ ਯਾਦ ਨੇ। ਤੇ ਕਹਿੰਦੇ ਕੋਈ ਵੀ ਗਾਣਾ ਟੀਵੀ ਤੇ ਲੱਗਾ ਹੋਏ, ਉਹ ਗਾਣਾ ਮੈਂ ਸਾਰਾ ਨਾਲ ਨਾਲ ਬੋਲ ਲੈਣਾ। ਤੇ ਉਹਦੇ ਮਦਰ ਨਾਲ ਸੀ, ਉਹ ਮਦਰ ਕਹਿਣ ਹਾਂ ਇਹ ਬੱਚਾ ਏਦਾਂ ਦਾ ਹੀ ਹੈਗਾ ਆ, ਤੁਸੀਂ ਕੋਈ ਵੀ ਗਾਣਾ ਲਾਓ ਇਹ ਬੱਚਾ ਨਾਲ ਨਾਲ ਬੋਲਦਾ ਹੈ। ਮੈਂ ਕਿਹਾ ਪੱਕੀ ਗੱਲ ਹੈ? ਕਹਿੰਦੇ ਹਾਂ ਬਿਲਕੁਲ ਬਿਲਕੁਲ ਏਦਾਂ ਹੀ ਹੈ। ਮੈਂ ਚਲੋ ਠੀਕ ਹੈ। ਮੈਂ ਕੀ ਕੀਤਾ, ਮੈਂ ਪੜਿਆ, ਮੈਂ ਕਿਹਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਬੱਚਾ ਬੋਲਿਆ ਹੀ ਨਾ। ਮੈਂ ਫਿਰ ਰਿਪੀਟ ਕੀਤਾ, ਮੈਂ ਕਿਹਾ ਫਿਰ ਬੋਲੋ ਬੇਟਾ, ਮੇਰੇ ਪਿੱਛੇ ਪਿੱਛੇ ਬੋਲੋ। ਬੱਚਾ ਮੈਨੂੰ ਕਹਿੰਦਾ ਇਹ ਗਾਣਾ ਨਹੀਂ ਹੈ। ਮੈਂ ਅੱਛਾ ਗਾਣਾ ਨਹੀਂ ਹੈ। ਤੇ ਕਹਿੰਦਾ ਜਿਹੜੀ ਚੀਜ਼ ਗਾਈ ਹੁੰਦੀ ਹੈ ਨਾ ਉਹ ਮੈਨੂੰ ਯਾਦ ਹੁੰਦੀ ਹੈ। ਤੇ ਮੈਂ ਸ਼ਬਦ ਪੜ੍ਹਨਾ ਸ਼ੁਰੂ ਕਰਤਾ। ਤੇ ਜਦੋਂ ਮੈਂ ਸ਼ਬਦ ਪੜ੍ਹਿਆ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦਿਆ, ਉਹ ਬੱਚੇ ਕੋਲ ਸ਼ਬਦ ਵੀ ਨਾ ਪੜ੍ਹਿਆ ਗਿਆ। ਮੈਂ ਕਿਹਾ ਬੇਟਾ ਤੈਨੂੰ ਤੇ ਗਾਈ ਹੋਈ ਕੋਈ ਚੀਜ਼ ਨਹੀਂ ਯਾਦ। ਤੇ ਉਹਦੇ ਮਦਰ ਵੀ ਕਹਿੰਦੇ ਨਹੀਂ ਜੀ ਇਹ ਬਾਣੀ ਨਹੀਂ, ਸ਼ਬਦ ਨਹੀਂ, ਇਹ ਸਿਰਫ ਗਾਣੇ ਯਾਦ ਕਰਦਾ ਹੈ। ਤੇ ਮੈਂ ਫਿਰ ਉਹ ਭੈਣ ਜੀ ਨੂੰ ਕਿਹਾ ਕਿ ਮੈਂ ਕਿਹਾ ਭੈਣ ਜੀ ਜੇ ਤੁਸੀਂ ਆਪਣੇ ਬੱਚੇ ਤੇ ਇੰਨਾ ਕੌਨਫੀਡੈਂਸ ਰੱਖਦੇ ਹੋ ਕਿ ਇਹਨੂੰ 20-22 ਗਾਣੇ ਯਾਦ ਹੋ ਸਕਦੇ ਆ, ਇਹਨੂੰ ਹੋਰ ਸਾਰੀਆਂ ਕਹਾਣੀਆਂ ਯਾਦ ਹੋ ਸਕਦੀਆਂ ਨੇ, ਇਹਨੂੰ ਸਟੈਪ ਬਾਏ ਸਟੈਪ ਜਿਹੜੇ ਆ ਉਹ ਇਹ ਚੀਜ਼ਾਂ ਯਾਦ ਹੋ ਸਕਦੀਆਂ ਨੇ, ਤੇ ਇਹਨੂੰ ਜਿਹੜਾ ਆ ਉਹ ਸ਼ਬਦ ਕਿਉਂ ਨਹੀਂ ਯਾਦ ਹੋ ਸਕਦਾ, ਬਾਣੀ ਕਿਉਂ ਨਹੀਂ ਯਾਦ ਹੋ ਸਕਦੀ? ਹੁਣ ਉਹਦੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਇਹੀ ਹੁੰਦਾ ਹੈ ਕਿ ਬਾਣੀ ਸਾਡੇ ਰੂਟੀਨ ਦਾ ਹਿੱਸਾ ਨਹੀਂ ਬਣੀ। ਬਾਣੀ ਨੂੰ ਅਸੀਂ ਰੈਗੂਲਰ ਜਿਹੜੀ ਹੈ ਉਹ ਜ਼ਿੰਦਗੀ 'ਚ ਨਹੀਂ ਲੈ ਕੇ ਆਏ। ਜਦੋਂ ਅਸੀਂ ਰੈਗੂਲਰ ਜ਼ਿੰਦਗੀ 'ਚ ਲੈ ਕੇ ਆਵਾਂਗੇ, ਉਹ ਰੂਟੀਨ 'ਚ ਉਹਨੂੰ ਲੈ ਕੇ ਆਵਾਂਗੇ, ਤੇ ਸਾਨੂੰ ਬਾਣੀ ਵੀ ਕੰਠ ਕਰਨ ਲੱਗਿਆ ਕੋਈ ਵੀ ਜਿਹੜੀ ਆ ਉਹ ਦਿੱਕਤ ਨਹੀਂ ਹੋਏਗੀ। ਬਾਣੀ ਨੂੰ ਯਾਦ ਕਰਨ ਦਾ ਸਭ ਤੋਂ ਸੌਖਾ ਤਰੀਕਾ ਆ ਕਿ ਬਾਣੀ ਨੂੰ ਸਮਝੋ, ਬਾਣੀ ਦੇ ਅਰਥ ਪੜ੍ਹੋ। ਜਦੋਂ ਤੁਸੀਂ ਬਾਣੀ ਦੇ ਅਰਥ ਪੜ੍ਹੋਗੇ ਨਾ, ਬਾਣੀ ਦੇ ਅਰਥ ਸਮਝ ਲਓਗੇ, ਤੇ ਤੁਹਾਨੂੰ ਜਿਹੜੀ ਹੈ ਉਹ ਬਾਣੀ
याद करनी सौखी होएगी क्योंकि साडी डेली दो रूटीन च आ जाएगी। ਜਿਹੜੀ ਵੀ ਬਾਣੀ ਮੰਨ ਲਓ ਤੁਸੀਂ ਕੰਠ ਕਰਨੀ ਹੈ, ਫੋਰ ਐਗਜ਼ਾਮਪਲ ਤੁਸੀਂ ਜਪ ਸਾਹਿਬ ਕੰਠ ਕਰਨਾ ਹੈ ਜਾਂ ਸੁਖਮਨੀ ਸਾਹਿਬ ਕੰਠ ਕਰਨੀ ਹੈ, ਤੇ ਇੱਕ ਵਾਰ ਕੋਸ਼ਿਸ਼ ਕਰੋ ਕਿ ਉਹਦੇ 2-3 ਵਾਰੀ ਅਰਥ ਪੜ੍ਹ ਲਓ। ਫਿਰ ਕੀ ਕਰੋ, ਉਹਨੂੰ ਆਪਣੇ ਘਰ 'ਚ ਡੇਲੀ ਸੁਖਮਨੀ ਸਾਹਿਬ, ਜੇ ਤੁਸੀਂ ਘਰ 'ਚੋਂ ਤੇ ਘਰ ਦੇ ਵਿੱਚ, ਜੇ ਤੁਸੀਂ ਬਾਹਰ ਜੌਬ ਤੇ ਹੋ ਤੇ ਜੌਬ ਦੇ ਦੌਰਾਨ, ਜੇ ਤੁਸੀਂ ਆਫਿਸ 'ਚੋਂ ਆਫਿਸ ਦੇ ਦੌਰਾਨ, XYZ ਤੁਸੀਂ ਕਿਤੇ ਵੀ ਹੋ, ਤੇ ਕੋਸ਼ਿਸ਼ ਕਰੋ ਕਿ ਸੁਖਮਨੀ ਸਾਹਿਬ ਦਾ ਪਾਠ ਡੇਲੀ ਇੱਕ ਵਾਰ ਸੁਣੋ। ਜਦੋਂ ਤੁਸੀਂ ਡੇਲੀ ਇੱਕ ਵਾਰ ਪਾਠ ਸੁਣ ਲਓਗੇ, ਕੋਈ ਵੀ ਪਾਠ ਜਿਹੜਾ ਤੁਸੀਂ ਕੰਠ ਕਰਨਾ ਹੈ, ਜਿਹੜੀ ਵੀ ਬਾਣੀ ਤੁਸੀਂ ਕੰਠ ਕਰਨੀ ਹੈ, ਭਾਵੇਂ ਉਹ ਤੁਹਾਨੂੰ ਤੁਸੀਂ ਆਪਣੀ ਆਵਾਜ਼ 'ਚ ਰਿਕਾਰਡ ਕਰ ਲਓ। ਜ਼ਰੂਰੀ ਨਹੀਂ ਕਿ ਉਹ ਰਿਕਾਰਡ ਹੋਈ ਤੁਸੀਂ ਕਿਸੇ ਦੀ ਆਵਾਜ਼ 'ਚ ਰਿਕਾਰਡ ਹੋਈ ਯਾਦ ਸੁਣੋਗੇ ਤੇ ਯਾਦ ਹੋਏਗੀ। ਤੁਸੀਂ ਆਪਣੀ ਆਵਾਜ਼ 'ਚ ਰਿਕਾਰਡ ਕਰ ਲਓ ਤੇ ਉਹਨੂੰ ਤੁਸੀਂ ਟਾਈਮ ਬਾਏ ਟਾਈਮ ਡੇਲੀ ਸੁਣੋ। ਜਦੋਂ ਤੁਸੀਂ 1 ਮਹੀਨਾ ਸੁਣੋਗੇ ਤੇ ਉਸ ਤੋਂ ਬਾਅਦ 'ਚ ਤੁਹਾਨੂੰ ਯਾਦ ਕਰਨੀ ਉਹ ਸੌਖੀ ਹੋ ਜਾਏਗੀ, ਕਿਉਂਕਿ ਡੇ ਬਾਏ ਡੇ ਤੁਸੀਂ ਉਹ ਬਾਣੀ ਸੁਣੀ ਹੈ। ਦੋ ਹੀ ਤਰੀਕੇ ਨੇ ਬਾਣੀ ਨੂੰ ਯਾਦ ਕਰਨ ਦੇ। ਇੱਕ, ਬਾਣੀ ਦੇ ਅਰਥ ਪੜ੍ਹ ਕੇ ਬਾਣੀ ਨੂੰ ਯਾਦ ਕਰੋ ਤੇ ਬਾਣੀ ਨੂੰ ਆਪਣੀ ਪਰਸਨਲ ਲਾਈਫ 'ਚ ਲੈ ਕੇ ਆਓ, ਪਰਸਨਲ ਜ਼ਿੰਦਗੀ 'ਚ ਲੈ ਕੇ ਆਓ, ਆਪਣੀ ਗੱਲਬਾਤ ਦਾ ਹਿੱਸਾ ਬਣਾਓ ਬਾਣੀ ਨੂੰ। ਜਦੋਂ ਤੁਸੀਂ ਆਪਣੀ ਗੱਲਬਾਤ ਦਾ ਹਿੱਸਾ ਬਣਾਓਗੇ ਬਾਣੀ ਨੂੰ, ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਬਾਣੀ ਨੂੰ ਲੈ ਕੇ ਆਓਗੇ, ਜਦੋਂ ਰੋਜ਼ਾਨਾ ਤੁਸੀਂ ਬਾਣੀ ਨੂੰ ਪੜ੍ਹੋਗੇ ਤੇ ਹੌਲੀ ਹੌਲੀ ਜਿਹੜੀ ਬਾਣੀ ਹੈ ਉਹ ਤੁਹਾਨੂੰ ਯਾਦ ਹੋਣੀ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ। ਤੇ ਇੱਕ ਪੱਖ, ਜਦੋਂ ਤੁਸੀਂ ਬਾਣੀ ਨੂੰ ਰੋਜ਼ ਸੁਣੋਗੇ, ਰੋਜ਼ ਬਾਣੀ ਨੂੰ ਤੁਸੀਂ ਸੁਣੋਗੇ ਤੇ ਉਹਦੇ ਨਾਲ ਵੀ ਤੁਹਾਨੂੰ ਜਿਹੜੀ ਬਾਣੀ ਹੈ ਉਹ ਯਾਦ ਕਰਨੀ ਸੌਖੀ ਹੋ ਜਾਏਗੀ। ਤੀਸਰਾ ਇੱਕ ਤਰੀਕਾ ਆ ਬਾਣੀ ਨੂੰ ਯਾਦ ਕਰਨ ਦਾ ਕਿ ਉਹ ਬਹੁਤ ਇੰਪੋਰਟੈਂਟ ਹੈ। ਬਾਣੀ ਨੂੰ ਯਾਦ ਕਰਨ ਦਾ ਵੀ ਤੇ ਜ਼ਿੰਦਗੀ ਵਿੱਚ ਵੈਸੇ ਵੀ ਉਹ ਹੋਣਾ ਬੜਾ ਇੰਪੋਰਟੈਂਟ ਹੈ, ਕਿਉਂਕਿ ਬਾਣੀ ਦੇ ਵਿੱਚ ਵਿਸ਼ਰਾਮ ਨੇ, ਪੌਸ ਨੇ, ਤੇ ਉਹ ਪੌਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ। ਜੇ ਤੁਸੀਂ ਉਹ ਪੌਸ ਨਹੀਂ ਲਗਾਓਗੇ ਨਾ, ਵਿਸ਼ਰਾਮ ਨਹੀਂ ਲਾਓਗੇ, ਤੇ ਬਾਣੀ ਦੇ ਅਰਥ ਜਿਹੜੇ ਨੇ ਉਹ ਗਲਤ ਹੋ ਜਾਣਗੇ। ਫੋਰ ਐਗਜ਼ਾਮਪਲ, ਮੈਂ ਇੱਕ ਉਦਾਹਰਣ ਦਵਾਂ ਨੋਰਮਲ ਜ਼ਿੰਦਗੀ ਦੇ ਵਿੱਚੋਂ ਕਿ ਵਿਸ਼ਰਾਮ ਕਿੰਨੇ ਇੰਪੋਰਟੈਂਟ ਹੁੰਦੇ ਆ। ਮੈਂ ਮੰਨ ਲਓ ਕਵਾਂ ਰੋਕੋ, ਵਿਸ਼ਰਾਮ ਵੇਖੋ, ਰੋਕੋ ਮਤ ਜਾਣੇ ਦੋ। ਠੀਕ ਹੈ, ਇਹਦੇ ਅਰਥ ਕੀ ਬਣ ਗਏ? ਰੋਕ ਲਓ, ਮਤ ਜਾਣੇ ਦੋ, ਭਾਵ ਜਾਣ ਨਾ ਦਿਓ। ਠੀਕ ਹੈ, ਹੁਣ ਇਹਦਾ ਵਿਸ਼ਰਾਮ ਲਾਓ, ਰੋਕੋ ਮਤ ਜਾਣੇ ਦੋ। ਹੁਣ ਵਿਸ਼ਰਾਮ ਬਦਲ ਗਏ ਨਾ। ਜਦੋਂ ਅਸੀਂ ਵਿਸ਼ਰਾਮ ਲਾਵਾਂਗੇ ਰੋਕੋ ਮਤ ਜਾਣੇ ਦੋ, ਉਹਦੇ ਅਰਥ ਹੋਰ ਬਣਨਗੇ। ਜਦੋਂ ਅਸੀਂ ਵਿਸ਼ਰਾਮ ਲਾਵਾਂਗੇ ਰੋਕੋ ਮਤ ਜਾਣੇ ਦੋ, ਉਹਦੇ ਵਿਸ਼ਰਾਮ ਹੋਰ ਬਣ ਜਾਣਗੇ। ਏਦਾਂ ਹੀ ਗੁਰਬਾਣੀ ਹੈ। ਗੁਰਬਾਣੀ 'ਚ ਇੱਕ ਸਵਈਆਂ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਗੁਰ ਅਰਜਨ ਘਰ ਗੁਰ ਰਾਮਦਾਸ। ਠੀਕ ਹੈ, ਹੁਣ ਜਦੋਂ ਅਸੀਂ ਪੜਾਂਗੇ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਉਹਦੇ ਅਰਥ ਗਲਤ ਹੋ ਜਾਣਗੇ। ਹੁਣ ਹੋਏਗਾ ਗੁਰੂ ਅਰਜਨ ਘਰ ਗੁਰੂ ਰਾਮਦਾਸ। ਗੁਰੂ ਅਰਜਨ ਜਿਹੜੇ ਨੇ ਉਹ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਭਗਤ ਦੇ ਰੂਪ ਦੇ ਵਿੱਚ ਜਨਮ ਲੈਂਦੇ ਨੇ। ਇਸ ਕਰਕੇ ਬਾਣੀ ਦਾ ਹੋਣਾ, ਵਿਸ਼ਰਾਮ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਵਿਸ਼ਰਾਮ ਲੈ ਕੇ ਬਾਣੀ ਪੜ੍ਹੋਗੇ, ਵਿਸ਼ਰਾਮ ਬੋਲ ਕੇ ਧਿਆਨ ਵਿੱਚ ਰੱਖ ਕੇ ਬਾਣੀ ਪੜ੍ਹੋਗੇ, ਉਦੋਂ ਤੁਹਾਨੂੰ ਬਾਣੀ ਸੌਖੀ ਵੀ ਲੱਗੇਗੀ, ਬਾਣੀ ਦੇ ਅਰਥ ਵੀ ਜਿਹੜੇ ਨੇ ਉਹ ਸਮਝ ਲੱਗ ਜਾਣਗੇ, ਤੇ ਉਹਨੂੰ ਤੁਹਾਨੂੰ ਜਿਹੜਾ ਆ ਪੜ੍ਹਨਾ ਵੀ ਸੌਖਾ ਹੋ ਜਾਏਗਾ। ਸ਼ਬਦ ਵੇਖੋ, ਸ਼ੋ ਹੋ ਗਿਆ ਸਕਰੀਨ ਦੇ ਉੱਤੇ, ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਤੇ ਜੇ ਇਹਦਾ ਵਿਸ਼ਰਾਮ ਆਪਾਂ ਲਾਵਾਂਗੇ ਗੁਰੂ ਅਰਜਨ ਘਰ ਰਾਮਦਾਸ ਭਗਤ ਉਤਰ ਆਇਓ, ਹੁਣ ਭਗਤ ਗੁਰੂ ਰਾਮਦਾਸ ਜੀ ਦੇ ਪੁੱਤਰ ਨੇ ਗੁਰੂ ਅਰਜਨ ਸਾਹਿਬ। ਠੀਕ ਹੈ, ਤੇ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਅਰਜਨ ਦਾ ਜਿਹੜਾ ਪ੍ਰਕਾਸ਼ ਹੋਣਾ, ਗੁਰੂ ਅਰਜਨ ਦਾ ਜਿਹੜਾ ਜਨਮ ਹੋਣਾ ਆ ਉਹ ਹੈ। ਤੇ ਇਸ ਕਰਕੇ ਤੇ ਅਰਥ ਜਿਹੜੇ ਨੇ ਉਹ ਬਦਲ ਜਾਂਦੇ ਨੇ। ਬਾਣੀ ਨੂੰ ਯਾਦ ਕਰਨ ਦੇ ਲਈ 3 ਸਭ ਤੋਂ ਬੈਸਟ ਤਰੀਕੇ ਨੇ। ਇੱਕ, ਬਾਣੀ ਦੇ ਅਰਥ ਪੜ੍ਹੋ, ਜਿਹੜੀ ਬਾਣੀ ਯਾਦ ਕਰਨੀ ਹੈ, ਤਾਂ ਕਿ ਤੁਹਾਨੂੰ ਸੌਖਾ ਹੋਵੇ, ਤੁਹਾਨੂੰ ਪਤਾ ਹੋਵੇ ਤੁਸੀਂ ਪੜ੍ਹ ਕੀ ਰਹੇ ਆ। ਫੋਰ ਐਗਜ਼ਾਮਪਲ, ਜਦੋਂ ਤੁਸੀਂ ਬੱਚੇ ਪੜ੍ਹਦੇ ਵੀ ਆ, ਸਕੂਲਾਂ ਵਿੱਚ ਪੜ੍ਹਦੇ ਹੋਵੋਗੇ, ਕਈ ਬੱਚਿਆਂ ਦੀ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਹੋਏਗੀ, ਕਲਾਸ ਦੇ ਵਿੱਚ ਤੁਸੀਂ ਮੰਨ ਲਓ ਸੋਸ਼ਲ ਦਾ ਜਾਂ ਇੰਗਲਿਸ਼ ਦਾ 1.5 ਪੇਜ ਦਾ ਕੁਐਸਚਨ ਯਾਦ ਕਰਨਾ ਆ, ਤੇ ਉਹਦੇ ਲਈ ਤੁਹਾਨੂੰ ਟੀਚਰ ਕੀ ਕਹਿੰਦੇ ਹੁੰਦੇ ਸੀ ਕਿ ਜਦੋਂ ਤੁਸੀਂ 1 ਪੇਜ ਦਾ ਕੁਐਸਚਨ ਯਾਦ ਕਰੋ ਜਾਂ 1.5 ਪੇਜ ਦਾ ਕੁਐਸਚਨ ਯਾਦ ਕਰਨਾ ਹੈ, ਤੇ ਉਹਦੇ ਲਈ ਇੱਕ ਸੌਖਾ ਤਰੀਕਾ ਕੀ ਹੈ
ਕਿ ਤੁਸੀਂ ਉਹਨੂੰ ਸਮਝ ਲਓ, ਉਹਨੂੰ ਅੰਡਰਸਟੈਂਡ ਕਰੋ, ਉਹਦੇ ਮੀਨਿੰਗ ਸਮਝੋ ਕਿ ਉਹ 'ਚ ਲਿਖਿਆ ਕੀ ਹੋਇਆ ਹੈ। ਜਦੋਂ ਤੁਹਾਨੂੰ ਮੀਨਿੰਗ ਪਤਾ ਹੋਣਗੇ, ਜਦੋਂ ਤੁਹਾਨੂੰ ਅਰਥ ਪਤਾ ਹੋਣਗੇ ਨਾ, ਜਦੋਂ ਉਹਦਾ ਅਰਥ ਪਤਾ ਨੇ ਤੁਹਾਨੂੰ, ਤੇ ਫਿਰ ਜਦੋਂ ਤੁਸੀਂ ਉਹ ਪੜ੍ਹੋਗੇ ਤੇ ਤੁਹਾਨੂੰ ਉਹ ਈਜ਼ਲੀ ਯਾਦ ਹੋ ਜਾਏਗਾ, ਤੁਹਾਨੂੰ ਉਹ ਕੁਐਸਚਨ ਰਟਣਾ ਸੌਖਾ ਹੋ ਜਾਏਗਾ। ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਗੁਰਬਾਣੀ ਨੂੰ ਪੜ੍ਹਦੇ ਹੋ, ਗੁਰਬਾਣੀ ਦੇ ਅਰਥ ਜਦੋਂ ਤੁਹਾਨੂੰ ਪਤਾ ਹੋਣਗੇ, ਉਹ ਯਾਦ ਕਰਨਾ ਤੁਹਾਨੂੰ ਸੌਖਾ ਹੋ ਜਾਏਗਾ। ਦੂਸਰਾ ਤਰੀਕਾ ਦੱਸਿਆ ਸੀ ਕਿ ਉਸ ਬਾਣੀ ਨੂੰ ਰੋਜ਼ ਵਾਰ-ਵਾਰ ਸੁਣੋ, ਉਹ ਉਸ ਤਰੀਕੇ ਨਾਲ ਯਾਦ ਹੋ ਜਾਏਗੀ। ਤੀਸਰਾ ਸੀ ਕਿ ਵਿਸ਼ਰਾਮ ਸਹਿਤ ਜਿਹੜਾ ਆ ਤੁਸੀਂ ਉਹ ਬਾਣੀ ਪੜ੍ਹੋ, ਤੁਹਾਨੂੰ ਫਿਰ ਵੀ ਬਾਣੀ ਕੰਠ ਕਰਨ ਦੇ ਵਿੱਚ ਸੁਖਿਆਈ ਹੋਏਗੀ, ਈਜ਼ੀ ਵੇ ਨਾਲ ਤੁਸੀਂ ਬਾਣੀ ਕੰਠ ਕਰ ਸਕਦੇ ਹੋ। ਠੀਕ ਹੈ ਬੱਚਿਓ, ਜੇ ਤੁਹਾਡਾ ਕੋਈ ਹੁਣ ਸਵਾਲ ਹੈ ਤੁਸੀਂ ਆਪਣਾ ਪਲੀਜ਼ ਸਵਾਲ ਕਰ ਸਕਦੇ ਹੋ, ਫਿਰ ਉਸ ਤੋਂ ਬਾਅਦ ਚ ਆਪਾਂ ਜਿਹੜੀ ਉਹ ਸਮਾਪਤੀ ਕਰਾਂਗੇ। ਇਹ ਸਨ ਵੀਰ ਮਲਕੀਤ ਸਿੰਘ ਜੀ ਰਾਈਆ, ਪ੍ਰਸਾਰਕ ਲੁਧਿਆਣਾ ਤੋਂ। ਸੁਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਵੀਰ ਜਸਵੀਰ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਵੀਰ ਦੇ ਵਿਚਾਰਾਂ ਦੇ ਨਾਲ ਸਾਂਝ ਪਵਾਈ ਹੈ। ਤੇ ਬਹੁਤ ਬਹੁਤ ਧੰਨਵਾਦ ਜੀ। ਬੱਚਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦਾ ਕੋਈ ਸਵਾਲ ਹੈ ਉਹ ਹੈਂਡ ਰੇਜ਼ ਕਰਨਗੇ। ਉਸ ਤੋਂ ਪਹਿਲਾਂ ਭੈਣ ਜਸਪ੍ਰੀਤ ਭੈਣ ਜੀ ਨੂੰ ਬੇਨਤੀ ਹੈ ਕਿ ਉਹ 2 ਮਿੰਟ ਦੇ ਲਈ ਆਉਣਗੇ ਜੀ। ਭੈਣ ਜੀ ਜਸਪ੍ਰੀਤ ਕੌਰ ਜੀ। ਜੀ ਕੀ ਫਤਿਹ ਜੀ। ਮੈਂ ਸਭ ਤੋਂ ਪਹਿਲਾਂ ਵੀਰ ਮਲਕੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਬੱਚਿਆਂ ਨੂੰ ਜੋ ਅੱਜ ਸਿੱਖਿਆ ਦਿੱਤੀ ਹੈ ਕਿ ਬਾਣੀ ਕੰਠ ਕਿਉਂ ਕਰਨੀ ਹੈ ਤੇ ਕਿਵੇਂ ਕਰਨੀ ਹੈ। ਬਹੁਤ ਧੰਨਵਾਦ ਵੀਰ ਜੀ ਦਾ ਕਿ ਵੀਰ ਜੀ ਨੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ। ਤੇ ਵੀਰ ਜੀ ਜਿਹੜੀ ਅੱਜ ਗੱਲ ਕਰ ਰਹੇ ਸੀ ਨਾ, ਉਹਨਾਂ ਨੇ ਐਗਜ਼ਾਮਪਲ ਦਿੱਤੀ ਸੀ ਇੱਕ ਪਰਿਵਾਰ ਦੀ ਕਿ ਇੱਕ ਜਿਹੜਾ ਬੱਚਾ ਸੀ ਪਰਿਵਾਰ ਦੇ ਵਿੱਚ ਗਿਆ, ਗਾਣੇ ਬੋਲਦਾ ਸੀ ਤੇ ਇੱਕ ਪਾਠ ਕਰਦਾ ਸੀ ਤੇ ਉਹਦਾ ਕਿੰਨਾ ਸਤਿਕਾਰ ਸੀ ਤੇ ਦੂਸਰੇ ਦਾ ਨਹੀਂ ਸੀ। ਤੇ ਮੈਨੂੰ ਇੱਕ ਗੱਲ ਯਾਦ ਆ ਗਈ ਤੇ ਮੈਂ ਤਾਂ ਭੈਣ ਜੀ ਤੋਂ ਥੋੜਾ ਸਮਾਂ ਲਿਆ ਸੀ। ਇੱਕ ਵਾਰੀ ਇੱਕ ਫੈਮਿਲੀ ਯੂਕੇ ਦੀ ਗੱਲ ਕਰ ਰਹੀ ਹਾਂ, ਤਾਂ ਉੱਥੇ ਕੀ ਹੋਇਆ, ਜਦੋਂ ਉੱਥੇ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਇੱਕ ਸਿੰਘ ਸਨ ਜਿਨ੍ਹਾਂ ਨੇ ਸਾਨੂੰ ਇੱਕ ਗੱਲ ਕਹੀ, ਬਜ਼ੁਰਗ ਅੰਕਲ ਸਨ। ਉਹ ਕਹਿੰਦੇ ਵੀ ਬੱਚਿਓ, ਵੀ ਤੁਹਾਨੂੰ ਜਿੱਦਾਂ ਉਹਨਾਂ ਨੇ ਸਾਨੂੰ ਗੱਲ ਕੀਤੀ, ਕਹਿੰਦੇ ਵੀ ਬਸ ਇੱਕ ਗੱਲ ਯਾਦ ਰੱਖਿਓ, ਜਿਹੜਾ ਤੁਹਾਡਾ ਸਤਿਕਾਰ ਹੁੰਦਾ ਨਾ, ਇਹ ਕਦੇ ਵੀ ਇਹ ਨਾ ਸੋਚੋ ਤੁਹਾਡਾ ਸਤਿਕਾਰ ਹੋ ਰਿਹਾ। ਇਹ ਤੁਹਾਡਾ ਸਤਿਕਾਰ ਕਿਉਂ ਹੋ ਰਿਹਾ? ਕਿਉਂਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਰਾਵਾ ਪਾਇਆ ਤੇ ਤੁਸੀਂ ਬਾਣੀ ਪੜ੍ਹਦੇ ਹੋ। ਕਹਿੰਦੇ ਤੁਹਾਡਾ ਸਤਿਕਾਰ ਨਹੀਂ, ਇਹ ਬਾਣੀ ਦਾ ਸਤਿਕਾਰ ਹੈ, ਤੇ ਜਿਸ ਦਿਨ ਤੁਸੀਂ ਇਹਨੂੰ ਛੱਡ ਦੋਗੇ ਤੁਹਾਡਾ ਸਤਿਕਾਰ ਖਤਮ ਹੋ ਜਾਣਾ ਹੈ। ਸੋ ਇਹ ਜ਼ਰੂਰ ਅਸੀਂ ਸਾਰੇ ਆਪਣੀ ਜ਼ਿੰਦਗੀ 'ਚ ਅਪਣਾ ਕੇ ਦੇਖੀਏ ਕਿ ਜਿਸ ਵੇਲੇ ਅਸੀਂ ਕਿਸੇ ਨੂੰ ਕਹਿੰਦੇ ਆ ਨਾ ਵੀ ਸਾਨੂੰ ਇੰਨੀਆਂ ਬਾਣੀਆਂ ਕੰਠ ਹੈ, ਅਗਲਾ ਕਿੰਨਾ ਖੁਸ਼ ਹੁੰਦਾ ਹੈ। ਤੇ ਜਦੋਂ ਤੁਸੀਂ ਕਹਿੰਦੇ ਹੋ ਪੁੱਛੋ ਤੈਨੂੰ ਜਪਜੀ ਸਾਹਿਬ ਆਉਂਦਾ ਨਹੀਂ ਆਉਂਦਾ, ਅੱਛਾ ਤੈਨੂੰ ਇਹ ਵੀ ਨਹੀਂ ਆਉਂਦਾ, ਤਾਂ ਉਹਦੇ ਨਾਲ ਕਿੰਨਾ ਔਕਵਰਡ ਵੀ ਲੱਗਦਾ ਨਾ। ਸੋ ਅਸੀਂ ਜ਼ਰੂਰ ਔਰ ਜ਼ਰੂਰ ਬਾਣੀ ਕੰਠ ਕਰੀਏ ਜਿੰਨੀ ਵੱਧ ਤੋਂ ਵੱਧ ਕਰ ਸਕਦੇ ਹਾਂ। ਔਰ ਇੱਕ ਅਸੀਂ ਸਾਰੇ ਜਣੇ ਸਹਿਜ ਪਾਠ ਕਰਨ ਵਾਲੇ ਆ ਨਾ, ਅਸੀਂ ਸਾਰੇ ਘਰਾਂ ਵਿੱਚ ਪੋਥੀਆਂ ਸਾਡੇ ਹੈਗੀਆਂ ਨੇ, ਅਸੀਂ ਬਾਣੀ ਪੜ੍ਹਦੇ ਆ। ਸਭ ਬੱਚਿਆਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਗਈ ਸੀ ਕਿ ਜਦੋਂ ਅਸੀਂ ਸਹਿਜ ਪਾਠ ਕਰੀਏ ਨਾ, ਜਿੱਥੇ ਅਸੀਂ ਸਹਿਜ ਪਾਠ ਲਈ ਡਾਇਰੀ ਲਗਾਉਂਦੇ ਆ, ਉਹਦੇ ਨਾਲ ਇੱਕ ਹੋਰ ਕਾਪੀ ਲਗਾਈਏ। ਉਸ ਕਾਪੀ ਦਾ ਨਾਮ ਰੱਖੀਏ ਮਨ ਭਾਉਂਦੇ ਫੁਰਮਾਨਾਂ ਵਾਲੀ ਕਾਪੀ। ਜਦੋਂ ਅਸੀਂ ਪਾਠ ਕਰਦੇ ਆ ਨਾ, ਉਹਦੇ ਵਿੱਚੋਂ ਕੋਈ ਵੀ ਫੁਰਮਾਨ ਜਿਹੜਾ ਲੱਗਦਾ ਨਾ, ਜਦੋਂ ਅਸੀਂ ਬਾਰ-ਬਾਰ ਕਹਿੰਦੇ ਆ ਕਿ ਜ਼ਿਆਦਾ ਨਹੀਂ ਕਰਨਾ, ਇੱਕ ਅੰਗ ਹੀ ਚਾਹੇ ਰੋਜ਼ ਦਾ ਕਰੀਏ, ਪਰ ਇੰਨਾ ਕੁ ਕਰੀਏ ਸਮਝ ਕੇ। ਤੇ ਜਿਹੜੀ ਵੀ ਫਰਮਾਨ, ਜਿਹੜਾ ਵੀ ਲਾਈਨ ਉੱਚ ਤੁਹਾਨੂੰ ਬੜੀ ਵਧੀਆ ਲੱਗਦੀ ਹੈ ਨਾ, ਬੜੀ ਵਧੀਆ ਕਿੱਦਾਂ ਲੱਗੇਗੀ, ਜਿੱਦਾਂ ਵੀਰ ਜੀ ਨੇ ਕਿਹਾ ਸਮਝ ਕੇ ਕਰਾਂਗੇ, ਅਰਥ ਸਮਝਾਂਗੇ। ਔਰ ਤੁਹਾਡੇ ਸਾਰੇ ਕੋਲ ਸ਼ਬਦਾਰਥ ਨੇ ਜਿਹਦੇ ਰਾਈਟ ਹੈਂਡ ਸਾਈਡ ਤੇ ਸ਼ਬਦਾਂ ਦੇ ਅਰਥ ਲਿਖੇ ਹੋਏ ਨੇ। ਸੋ ਉਹਨਾਂ ਚੋਂ ਅਰਥ ਦੇਖੀਏ ਤੇ ਉਹਨਾਂ ਚੋਂ ਜੋ ਵੀ ਚੰਗਾ ਲੱਗਦਾ ਨਾ ਉਸ ਕਾਪੀ ਤੇ ਨੋਟ ਕਰ ਲਈਏ। ਫਿਰ ਉਸ ਤੋਂ ਬਾਅਦ ਕੀ ਕਰੀਏ, ਜਦੋਂ ਪਾਠ ਕਰ ਲਿਆ, ਉਹ ਵਾਲੀ ਜਿਹੜਾ ਫਰਮਾਨ, 1 2 3 ਫਰਮਾਨ ਹੋਣਗੇ ਜਿਹੜੇ ਤੁਸੀਂ ਨੋਟ ਕੀਤੇ ਹੋਣਗੇ, ਵੱਧ ਤੋਂ ਵੱਧ 5 ਹੋ ਜਾਣਗੇ। ਤਾਂ ਉਹਨਾਂ ਫਰਮਾਨਾਂ ਨੂੰ ਵਾਰੀ ਸਿੱਤੀ ਨਾ ਬਾਰ-ਬਾਰ ਇੱਕ ਫਰਮਾਨ ਨੂੰ ਪੜ੍ਹ ਲਿਆ, ਉਹਨੂੰ ਪੜ੍ਹੀ ਜਾਈਏ। ਆਪਣਾ ਕੋਈ ਕੰਮ ਕਰੀ ਜਾਓ, ਕੰਮ ਕਰਦੇ ਉਹਨੂੰ ਪੜ੍ਹੀ ਜਾਓ, ਉਹ ਤੁਹਾਨੂੰ ਯਾਦ ਹੋ ਜਾਏਗਾ। ਸੋ ਇਸ ਤਰ੍ਹਾਂ ਕਰਕੇ, ਜਿਸ ਤਰ੍ਹਾਂ ਵੀਰ ਜੀ ਨੇ ਗੱਲ ਕੀਤੀ, ਬਾਰ-ਬਾਰ ਪੜ੍ਹੀਏ, ਅਰਥ ਸਮਝ ਕੇ ਪੜ੍ਹੀਏ। ਸੋ ਸਾਰੇ ਜਣੇ ਅਸੀਂ ਸਹਿਜ ਪਾਠ ਕਰਨ ਵਾਲੇ ਹਾਂ, ਜ਼ਰੂਰ ਅਸੀਂ ਮਨ ਭਾਉਂਦੇ ਫਰਮਾਨਾਂ ਦੀ ਕਾਪੀ ਲਗਾਈਏ ਤੇ ਉਹਨਾਂ ਕਾਪੀ ਦੇ ਵਿੱਚੋਂ ਵੀ ਜ਼ਰੂਰ ਫਰਮਾਨ ਯਾਦ ਕਰੀਏ। ਔਰ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਰੋਜ਼ ਤੁਹਾਨੂੰ ਸ਼ਲੋਕ ਮਹਲਾ 9 ਦਾ ਇੱਕ ਸ਼ਲੋਕ ਵੀ ਭੇਜਿਆ ਜਾਂਦਾ ਕੰਠ ਕਰਨ ਦੇ ਲਈ। ਔਰ ਗੁਰੂ ਤੇਗ ਬਹਾਦਰ ਦੇ ਗੁਰਪੁਰਬ ਤੇ ਇਹਨਾਂ ਸ਼ਲੋਕਾਂ ਦੇ ਜਿਹੜੇ ਬਾਣੀ ਕੰਠ ਕੰਪੀਟੀਸ਼ਨ ਵੀ ਹੋਏਗਾ। ਜ਼ਰੂਰ ਸਾਰਿਆਂ ਨੇ ਜਿਹੜੇ ਇਹ ਸ਼ਲੋਕ ਨੇ ਬੜੇ ਧਿਆਨ ਦੇ ਨਾਲ ਯਾਦ ਕਰਨੇ ਜੀ। ਸੋ ਬਹੁਤ ਧੰਨਵਾਦ ਜੀ ਵੀਰ ਜੀ ਦਾ। ਅਤੇ ਹੁਣ ਭੈਣ ਜੀ ਜਿਹੜੇ ਬੱਚਿਆਂ ਦੇ ਹੈਂਡ ਰੇਜ਼ ਆ, ਬੱਚਿਆਂ ਦੇ ਜੋ ਸਵਾਲ ਨੇ, ਪਹਿਲਾਂ ਬੇਨਤੀ ਹੈ ਕਿ ਸਵਾਲ ਜਿਹੜੇ ਹੈਗੇ ਨੇ ਉਹ ਬੱਚੇ ਹੈਂਡ ਰੇਜ਼ ਕਰਨ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਭੈਣ ਜੀ ਜਸਪ੍ਰੀਤ ਕੌਰ ਜੀ ਦਾ।
ਜਿਨ੍ਹਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਹੋਰ ਵੀ ਗੱਲਾਂ ਦੱਸੀਆਂ ਕਿ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਰ ਰੋਜ਼ ਇੱਕ ਸ਼ਲੋਕ ਭੇਜਿਆ ਜਾਂਦਾ ਹੈ ਤੇ ਬੱਚਿਆਂ ਨੂੰ ਕੰਠ ਕਰਨ ਦੇ ਲਈ, ਅਰਥ ਵਿਚਾਰਨ ਦੇ ਲਈ ਕਿਹਾ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਅਸੀਂ, ਜਿਵੇਂ ਵੀਰ ਜੀ ਨੇ ਕਿਹਾ ਕਿ ਸੁਣਨਾ, ਬਾਰ-ਬਾਰ ਸੁਣਨਾ, ਚਾਹੇ ਅਸੀਂ ਆਪਣੀ ਆਵਾਜ਼ ਦੇ ਵਿੱਚ ਰਿਕਾਰਡ ਕਰ ਲਈਏ, ਬਾਰ-ਬਾਰ ਸੁਣਦੇ ਹਾਂ ਤੇ ਸੁਣਦਿਆਂ ਹੀ, ਜਿਵੇਂ ਅਸੀਂ ਆਮ ਹੀ ਸਕੂਲਾਂ ਵਿੱਚ ਕਹਿੰਦੇ ਕਿ ਸਕੂਲ ਦੇ ਨੇੜ ਦੀ ਟਰੈਕਟਰ ਲੰਘਦਾ ਹੈ ਤਾਂ ਟਰੈਕਟਰ ਤੇ ਪਿੰਡਾਂ ਵਿੱਚ ਗਾਣੇ ਲੱਗਦੇ ਆ ਤੇ ਕਿਤੇ ਦੀ ਕਿਤੇ ਚੱਲ ਜਾਂਦਾ, ਖੇਤ ਚੱਲ ਜਾਂਦਾ, ਪਰ ਬੱਚੇ ਨਾ ਗਾਉਣਾ ਸ਼ੁਰੂ ਕਰ ਦਿੰਦੇ ਤੇ ਗਾਈ ਜਾਂਦੇ, ਗਾਉਂਦੇ ਗਾਉਂਦੇ ਯਾਦ ਹੋ ਜਾਂਦਾ। ਇਸੇ ਤਰ੍ਹਾਂ ਬੱਚੇ ਕਹਿੰਦੇ ਸਹੀ ਗੱਲ ਹੈ ਕਿ ਅਸੀਂ ਜੋ ਵੀ ਫਿਰ ਗਾਉਣ ਲੱਗ ਜਾਈਏ, ਜੇ ਗੁਰਬਾਣੀ ਗਾਵਾਂਗੇ ਤੇ ਸਾਨੂੰ ਗੁਰਬਾਣੀ ਵੀ ਚੇਤੇ। ਬਹੁਤ ਬੱਚੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ 40-40 ਬਾਣੀਆਂ ਕੰਠ ਨੇ। ਸੋ ਇਸ ਤਰ੍ਹਾਂ ਦੇ ਬੱਚੇ ਵੀ ਹੈ ਜਿਨ੍ਹਾਂ ਨੂੰ ਅੱਜ ਆਪਣੇ ਦੇ ਨਾਲ 400 ਤੋਂ ਵੱਧ ਬੱਚੇ ਹੈ ਜਿਹੜੇ ਪਰਿਵਾਰ ਹੈ ਜੁੜ ਚੁੱਕੇ ਆ ਜੀ। ਸੋ ਹੈਂਡ ਰੇਜ਼ ਕਰਨਾ ਜੀ ਜਿਨ੍ਹਾਂ ਦਾ ਕੋਈ ਸਵਾਲ ਹੈ ਪਲੀਜ਼। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਸੋਹਣੇ ਵਿਸ਼ੇ ਦੇ ਬਾਰੇ ਸਮਝਾਇਆ। ਮੇਰਾ ਪ੍ਰਸ਼ਨ ਇਹ ਸੀ ਕਿ ਸਾਡੇ ਬਾਣੀ ਕੰਠ ਹੋਵੇ, ਭਾਵੇਂ ਕਿ ਅਸੀਂ ਬਾਣੀ ਕੰਠ ਕਰ ਲਈ ਹੈ, ਤੇ ਜਦੋਂ ਸਾਡੇ ਬਾਣੀ ਕੰਠ ਹੁੰਦੀ ਹੈ ਤਾਂ ਅਸੀਂ ਉਹ ਗਾਉਣ ਤੋਂ ਸੰਗਦੇ ਹਾਂ, ਅਸੀਂ ਪੜ੍ਹਨ ਤੋਂ ਸੰਗਦੇ ਹਾਂ। ਜਿਵੇਂ ਕਿ ਅਸੀਂ ਵਿਆਹ ਤੇ ਗਏ ਹੋਏ ਹਾਂ, ਅਸੀਂ ਬਾਣੀ ਉੱਥੇ ਗਾਉਂਦੇ ਨਹੀਂ, ਪੜ੍ਹਦੇ ਨਹੀਂ, ਵੀ ਅਸੀਂ ਏਦਾਂ ਕਿਉਂ ਕਰਦੇ ਹਾਂ, ਅਸੀਂ ਕਿਉਂ ਨਹੀਂ ਪੜ੍ਹਦੇ ਬਾਣੀ? ਮੇਰੇ ਕੁਐਸਚਨ ਸੀ। ਹਾਂਜੀ, ਬਹੁਤ ਵਧੀਆ ਸਵਾਲ ਹੈ ਸਾਡੀ ਛੋਟੀ ਭੈਣ ਦਾ ਕਿ ਅਸੀਂ ਹੋਰ ਸਭ ਕੁਝ ਕਰਨ ਲੱਗਿਆਂ ਨਾ ਸੰਗਦੇ ਹਾਂ, ਨਾ ਅਸੀਂ ਕਿਸੇ ਦੀ ਪਰਵਾਹ ਕਰਦੇ ਹਾਂ, ਪਰ ਬਾਣੀ ਨੂੰ ਪੜ੍ਹਨ ਲੱਗਿਆਂ ਅਸੀਂ ਪਰਵਾਹ ਵੀ ਕਰਦੇ ਹਾਂ ਤੇ ਅਸੀਂ ਜਿਹੜਾ ਆ ਉਹ ਸੰਗਦੇ ਵੀ ਹਾਂ। ਉਹਦੇ ਪਿੱਛੇ ਮੈਂ ਕਈ ਵਾਰ ਏਦਾਂ ਸੋਚਦਾ ਹੁੰਨਾ ਕਿ ਅਸੀਂ ਨਾ ਕਿਤੇ ਜਦੋਂ ਗਏ ਹੋਈਏ 4-5 ਫਰੈਂਡ ਇਕੱਠੇ ਤੇ ਜਿਹਦੀ ਸਬਜ਼ੀ ਬੜੀ ਸਵਾਦ ਬਣੀ ਹੋਵੇ ਨਾ, ਉਹ ਸਾਰਿਆਂ ਨੂੰ ਕਹਿੰਦਾ ਵੇਖੋ ਮੇਰੀ ਸਬਜ਼ੀ ਬੜੀ ਸਵਾਦ ਬਣੀ ਹੈ, ਆ ਖਾ ਕੇ ਵੇਖੋ ਸਾਰੇ। ਤੇ ਜਿਹਦੀ ਮੇਰੇ ਵਰਗੇ ਵਿਚਾਰੇ ਗਰੀਬ ਦੀ ਸਬਜ਼ੀ ਸਵਾਦ ਨਾ ਹੋਵੇ ਤੇ ਉਹ ਸੁਲਾ ਵੀ ਨਹੀਂ ਮਾਰਦਾ, ਉਹ ਕਹਿੰਦਾ ਚਲੋ ਪਹਿਲਾਂ ਤੁਹਾਡੀ ਖਾ ਲੈਂਦੇ, ਆਪਣੇ ਵਾਲੀ ਬਾਅਦ ਚ ਖਾ ਲਾਂਗੇ, ਕਿਉਂਕਿ ਉਹਨੂੰ ਪਤਾ ਮੇਰੀ ਸਵਾਦ ਨਹੀਂ ਹੈ। ਇਸੇ ਤਰੀਕੇ ਦੇ ਨਾਲ ਅਸੀਂ ਬਾਣੀ ਨੂੰ ਜਿਹੜਾ ਸਵਾਦਲਾ ਨਹੀਂ ਬਣਾ ਸਕੇ, ਬਾਣੀ ਚ ਸਵਾਦ ਨਹੀਂ ਭਰ ਸਕੇ, ਭਾਵੇਂ ਕਿ ਬਾਣੀ ਚ ਆਪਣੇ ਆਪ ਚ ਬੜੀ ਸਵੀਟਨੈਸ ਹੈ, ਬੜਾ ਸਵਾਦ ਹੈ ਬਾਣੀ ਚ, ਬਟ ਅਸੀਂ ਬਾਣੀ ਦੇ ਵਿੱਚ ਸਾਡੇ ਪ੍ਰਚਾਰਕਾਂ ਦੀ ਕਹਿ ਲਓ, ਸਾਡੀ ਕਹਿ ਲਓ, ਜਾਂ ਸਾਡੇ ਲੋਕਾਂ ਦੀ ਕਹਿ ਲਓ ਕਿ ਇੱਕ ਕਮੀ ਰਹੀ, ਉਹਨਾਂ ਨੇ ਗਾਣਿਆਂ ਨੂੰ ਪ੍ਰਮੋਟ ਤਾਂ ਕਰ ਲਿਆ ਵਿਆਹਾਂ ਸ਼ਾਦੀਆਂ ਚ ਜਾ ਕੇ, ਪਰ ਬਾਣੀ ਦੀ ਗੱਲ ਨੂੰ ਨਾ ਕਰ ਸਕੇ। ਤੁਸੀਂ ਕਦੀ ਕਿਸੇ ਦੇ ਵੇਖਿਆ ਕਿ ਤੁਸੀਂ ਕਿਤੇ ਗਏ ਹੋ ਤੇ ਕਿਸੇ ਨੇ ਕਿਹਾ ਹੋਵੇ ਚੱਲ ਸ਼ਬਦ ਗਾ ਕੇ ਸੁਣਾ? ਨਾ, ਹਮੇਸ਼ਾ ਕੀ ਕਹਿਣਗੇ, ਗਾਣਾ ਗਾ ਕੇ ਸੁਣਾ, ਕਿਉਂਕਿ ਅਸੀਂ ਗਾਣੇ ਨੂੰ ਸਵਾਦਲਾ ਬਣਾ ਕੇ ਪੇਸ਼ ਕਰਤਾ, ਬਾਣੀ ਨੂੰ ਅਸੀਂ ਸਵਾਦਲਾ ਨਹੀਂ ਬਣਾ ਸਕੇ, ਟੇਸਟੀ ਬਣਾ ਕੇ ਪੇਸ਼ ਨਹੀਂ ਕਰ ਸਕੇ। ਜਿਸ ਦਿਨ ਸਾਡੀ ਜ਼ੁਬਾਨ ਤੇ ਬਾਣੀ ਹੋਏਗੀ ਨਾ, ਉਸ ਦਿਨ ਅਸੀਂ ਜਿੱਥੇ ਖਲੋਵਾਂਗੇ ਬਾਣੀ ਦੀ ਗੱਲ ਕਰਾਂਗੇ, ਲੋਕ ਕਹਿਣਗੇ ਕਿ ਯਾਰ ਆਹ ਬੰਦੇ ਆ, ਬਹਿ 5 ਮਿੰਟ ਤੂੰ ਗੁਰਬਾਣੀ ਦੀ ਗੱਲ ਦੱਸ, ਤੂੰ ਬਹਿ ਯਾਰ, ਤੂੰ ਸ਼ਬਦ ਬਹੁਤ ਸੋਹਣਾ ਪੜ੍ਹਦਾ ਯਾਰ, ਤੂੰ ਸ਼ਬਦ ਪੜ੍ਹ ਕੇ ਸੁਣਾ ਯਾਰ। ਇਹਨੂੰ ਸਿਰਫ ਕੀ ਹੈ ਕਿ ਸਾਨੂੰ ਆਪਣੀ ਜ਼ੁਬਾਨ ਦਾ ਟੇਸਟ ਬਣਾਉਣਾ ਪਏਗਾ। ਜਦੋਂ ਅਸੀਂ ਇਹ ਚ ਟੇਸਟ ਭਰ ਦਾਂਗੇ, ਆਪਣੀ ਮਿਠਾਸ, ਆਪਣੀ ਲਗਨ, ਆਪਣੇ ਪਿਆਰ ਦੇ ਨਾਲ, ਤੇ ਲੋਕਾਂ ਦੇ ਕੰਨਾਂ ਦਾ ਟੇਸਟ ਅਸੀਂ ਬਦਲਣ ਦਾ ਹੁਨਰ ਰੱਖਦੇ ਹਾਂ। ਤੇ ਜਿਸ ਦਿਨ ਮੈਂ ਇੱਕ ਦਿਨ ਗੱਲ ਕੀਤੀ ਸੀ ਕਿ ਅਸੀਂ ਇੱਕ ਕੰਪੀਟੀਸ਼ਨ ਦੇ ਵਿੱਚ ਗਏ ਤੇ ਉਸ ਕੰਪੀਟੀਸ਼ਨ ਦੇ ਵਿੱਚ ਬਦਕਿਸਮਤੀ ਨਾਲ ਮੈਂ ਜੱਜ ਸੀ। ਮੈਂ ਬਦਕਿਸਮਤੀ ਸ਼ਬਦ ਇਸ ਕਰਕੇ ਵਰਤਿਆ ਕਿਉਂਕਿ ਬਹੁਤ ਕੁਛ ਐਸਾ ਵਾਪਰਿਆ, ਮੈਂ ਉੱਥੇ ਜੱਜ ਸੀਗਾ। ਤੇ ਜਦੋਂ ਸਾਰੇ ਆਏ ਤੇ ਸਾਰਿਆਂ ਨੇ ਕੁਛ ਨਾ ਕੁਛ ਪਰਫਾਰਮ ਕੀਤਾ, ਤੇ ਉਹ ਸੀਗਾ ਪੰਜਾਬੀਅਤ ਨੂੰ ਪ੍ਰਮੋਟ ਕਰਨ ਵਾਲਾ ਟੌਪਿਕ ਸੀਗਾ ਕਿ ਪੰਜਾਬੀਅਤ ਕੀ ਹੈ। ਹੁਣ ਪੰਜਾਬੀਅਤ ਨੂੰ ਪ੍ਰਮੋਟ ਕਰਨ ਵਾਲਿਆਂ ਸਾਰਿਆਂ ਨੇ ਗਾਣੇ ਗਾਏ, ਕਿਸੇ ਨੇ ਕੁਛ ਗਾਇਆ, ਕਿਸੇ ਨੇ ਕੋਈ ਡਾਇਲੋਗ ਬੋਲਿਆ, ਕਿਸੇ ਨੇ ਕੁਛ ਡਾਇਲੋਗ ਬੋਲਿਆ। ਤੇ ਇੱਕ ਬੱਚਾ ਆਇਆ ਪੰਜਾਬ, ਛੋਟਾ ਜਿਹਾ ਸੀਗਾ, ਹਾਰਡਲੀ ਉਹਦੀ ਉਮਰ ਹੋਏਗੀ ਸ਼ਾਇਦ 12 ਸਾਲ ਸੀਗੀ। ਉਹਨੇ ਆ ਕੇ ਜਿਹੜਾ ਆ ਉਹ ਰਹਿਤਨਾਮਾ ਜੀ ਸੀਗਾ ਜਿਹੜਾ ਉਹਦਾ ਲਿਖਿਆ ਹੋਇਆ ਸੀਗਾ ਰਤਨ ਸਿੰਘ ਭੰਗੂ ਦਾ, ਉਹ ਪੜ੍ਹਿਆ ਪੰਜਾਬੀਅਤ ਨੂੰ। ਕਹਿੰਦਾ ਫਿਰਦਾ ਜੈਸਾ ਟਟੂਆ ਜੁਲੜੂ ਸਾ ਕਾਠੀ ਪਾਏ, ਰਸੜੂ ਰਗਾਵੜੂ ਤੇ ਰਸੜੂ ਰਕਾਵਜੂ। ਉਹਨੇ ਉਹ ਪੜ੍ਹਿਆ ਤੇ ਮੈਂ ਫਸਟ ਕਰਦਾ। ਤੇ ਉੱਥੇ ਰੌਲਾ ਪੈ ਗਿਆ ਕਿ ਮਤਲਬ ਬਾਕੀਆਂ ਨੇ ਏਡੇ ਸੋਹਣੇ ਸੋਹਣੇ ਗੀਤ ਗਾਏ ਆ, ਤੁਸੀਂ ਉਹਨੂੰ ਫਸਟ ਨਹੀਂ ਕੀਤਾ, ਇਹਨੂੰ ਕਿਉਂ ਫਸਟ ਕਰਤਾ ਹੈ? ਤੇ ਮੈਂ ਉੱਥੇ ਸਟੇਜ ਤੇ ਬੋਲਦਿਆਂ ਮੈਂ ਗੱਲ ਕਹੀ, ਮੈਂ ਜੱਜ ਸੀ, ਮੇਰੇ ਤੇ ਬੜੇ ਆਬਜੈਕਸ਼ਨ ਵੀ ਹੋਏ, ਬੜਿਆਂ ਨੇ ਰੌਲਾ ਵੀ ਪਾਇਆ,
ਤੇ ਮੈਂ ਉੱਥੇ ਸਟੇਜ ਤੇ ਜਾ ਕੇ ਆ ਗੱਲ ਕਹੀ, ਮੈਂ ਕਿਹਾ ਕਿ ਜਿਹੜਾ ਬੱਚਾ ਗਾ ਕੇ ਗਿਆ ਨਾ ਸਟੇਜ ਦੇ ਉੱਤੇ, ਇਹ ਰਤਨ ਸਿੰਘ ਭੰਗੂ ਦਾ ਲਿਖਿਆ ਹੋਇਆ, ਤੇ ਰਤਨ ਸਿੰਘ ਭੰਗੂ ਭਾਈ ਮਹਿਤਾਬ ਸਿੰਘ ਦਾ ਪੁੱਤਰ ਆ। ਉਸ ਭਾਈ ਮਹਿਤਾਬ ਸਿੰਘ ਦਾ ਜਿੰਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਉਹਦੀ ਲਿਖ ਤੇ ਬੱਚਾ ਗਾ ਰਿਹਾ ਆ। ਤੇ ਇਹਦਾ ਮਤਲਬ ਇਹ ਹੈ ਕਿ ਇਹ ਇਤਿਹਾਸ ਦੇ ਵਿੱਚੋਂ ਭਿੱਜੀ ਹੋਈ ਚੀਜ਼ ਹੈ, ਇਹ ਇਤਿਹਾਸ ਦੇ ਵਿੱਚ ਲਿਖੀ ਹੋਈ ਚੀਜ਼ ਹੈ, ਇਹ ਅਸਲ ਪੰਜਾਬੀਅਤ ਨੂੰ ਪ੍ਰਮੋਟ ਕਰਦੀ ਹੈ। ਤੇ ਇਸ ਕਰਕੇ ਮੈਂ ਪੰਜਾਬੀਅਤ ਨੂੰ ਪ੍ਰਮੋਟ ਕਰਨ ਵਾਲੀ ਚੀਜ਼ ਨੂੰ ਜਿਹੜਾ ਸਿਲੈਕਟ ਕੀਤਾ। ਇਸੇ ਤਰੀਕੇ ਨਾਲ ਜਦੋਂ ਅਸੀਂ ਬਾਣੀ ਨੂੰ ਆਪਣਾ ਹੁਨਰ ਬਣਾ ਲਾਂਗੇ, ਆਪਣੀ ਜ਼ੁਬਾਨ ਤੋਂ ਬਾਣੀ ਬੋਲੀ, ਬਾਣੀ ਗਾਈ, ਬਾਣੀ ਬੜੀ ਸੋਹਣੀ ਲੱਗੇਗੀ ਲੋਕਾਂ ਨੂੰ, ਤੇ ਆਉਣ ਵਾਲਾ ਉਹ ਸਮਾਂ ਦੂਰ ਨਹੀਂ ਜਦੋਂ ਵਿਆਹਾਂ ਸ਼ਾਦੀਆਂ ਦੇ ਉੱਤੇ ਲੋਕ ਗੰਦੇ ਗੀਤਾਂ ਦੀ ਜਗ੍ਹਾ ਦੇ ਉੱਤੇ ਬੈਠ ਕੇ ਕਿਹਾ ਕਰਨਗੇ ਕਿ ਆਓ ਆਪਾਂ ਸਾਰੇ ਸ਼ਬਦ ਪੜ੍ਹੀਏ। ਮੰਨ ਲਓ ਅੱਜ ਭੈਣ ਜੀ ਹੁਣੇ ਕਹਿ ਰਹੇ ਸੀਗੇ ਕਿ 300 ਤੋਂ ਵੱਧ ਬੱਚੇ, 400 ਦੇ ਲਾਗੇ ਬੰਨੇ ਬੱਚੇ ਜੁੜੇ ਨੇ ਸਾਡੇ ਨਾਲ, ਤੇ 400 ਦੇ ਵਿੱਚੋਂ ਮੈਂ ਸੋਚਦਾ ਘੱਟੋ ਘੱਟ 10% ਕੱਢ ਲਓ, 10% ਬੱਚੇ ਇਦਾਂ ਦੇ ਹੋਣਗੇ ਆਪਣੇ ਵਿਆਹਾਂ ਦੇ ਉੱਤੇ ਕਹਿਣਗੇ ਕਿ ਨਹੀਂ ਅਸੀਂ ਗੀਤ ਨਹੀਂ ਗਾਉਣੇ, ਅਸੀਂ ਬੋਲੀਆਂ ਨਹੀਂ ਪਾਉਣੀਆਂ, ਸਾਡੇ ਵਿਆਹਾਂ ਦੇ ਉੱਤੇ ਸ਼ਬਦ ਕੀਰਤਨ ਹੋਏਗਾ ਤੇ ਰਾਤ ਨੂੰ ਅਸੀਂ ਸਾਰੇ ਪਰਿਵਾਰ ਰਿਸ਼ਤੇਦਾਰ ਬਹਿ ਕੇ ਸ਼ਬਦ ਗਾਵਾਂਗੇ ਤੇ ਸ਼ਬਦਾਂ ਦੀ ਅੰਤਾਕਸ਼ਰੀ ਖੇਡਾਂਗੇ। ਇਹ ਵਕਤ ਦੂਰ ਨਹੀਂ ਹੈ ਬੇਟਾ, ਤੁਹਾਡੇ ਸਿਰ ਦੇ ਉੱਤੇ ਜ਼ਿੰਮੇਵਾਰੀ ਹੈ, ਤੁਸੀਂ ਸਮਝ ਚੁੱਕੇ ਹੋ, ਤੁਸੀਂ ਸਮਾਜ ਨੂੰ ਬਦਲਣ ਦਾ ਹੁਨਰ ਰੱਖਦੇ ਹੋ। ਹਾਂਜੀ, ਧੰਨਵਾਦ ਜੀ। ਮੇਰਾ ਇੱਕ ਹੋਰ ਕੁਐਸਚਨ ਸੀਗਾ ਕਿ ਅਸੀਂ ਬਾਣੀ ਕੰਠ ਕਰ ਲਈ ਹੈ, ਮਤਲਬ ਵੀ ਅਸੀਂ ਆਪਣੇ ਆਪ ਨੂੰ ਸੁਣਾ ਲਈਏ ਵੀ ਸਾਨੂੰ ਬਾਣੀ ਕੰਠ ਹੈ, ਅਸੀਂ ਪੂਰੇ ਵੀ ਕੌਨਫੀਡੈਂਸ ਆ ਵੀ ਸਾਨੂੰ ਬਾਣੀ ਕੰਠ ਹੈ, ਬਟ ਜਦੋਂ ਅਸੀਂ 2 ਜਾਣਿਆਂ ਜਾਂ 4 ਜਾਣਿਆਂ ਜਾਂ ਸੰਗਤ ਰੂਪ ਦੇ ਵਿੱਚ ਸੁਣਾਉਣੇ ਆ ਤਾਂ ਕਿਤੇ ਨਾ ਕਿਤੇ ਜਾ ਕੇ ਅਸੀਂ ਬਾਣੀ ਭੁੱਲ ਜਾਂਦੇ ਆ, ਕਿਤੇ ਨਾ ਕਿਤੇ ਕੋਈ ਸ਼ਬਦ, ਕੋਈ ਅੱਖਰ ਭੁੱਲ ਜਾਂਦੇ ਆ। ਵੀ ਏਦਾਂ ਕਿਉਂ ਹੁੰਦਾ ਕਿ ਅਸੀਂ ਬਾਣੀ ਕੰਠ ਨਹੀਂ ਕੀਤੀ, ਅਸੀਂ ਭੁੱਲ ਕਿਉਂ ਜਾਂਦੇ ਆ? 2 ਚੀਜ਼ਾਂ ਹੁੰਦੀਆਂ ਬੇਟਾ, ਮੈਂ ਨਾ ਏਦਾਂ ਕਹਿਣਾ ਹੁੰਦਾ ਕਈ ਵਾਰ ਕਿ ਜਿਹੜਾ ਭੁੱਲਣਾ ਹੈ ਨਾ, ਭੁੱਲਣਾ, ਇਹਨੂੰ ਲੋਕ ਨੈਗੇਟਿਵ ਮੰਨਦੇ ਆ, ਬਟ ਮੈਂ ਭੁੱਲਣ ਨੂੰ ਪੋਜ਼ਿਟਿਵ ਮੰਨਦਾ। ਉਹ ਕਿਵੇਂ, ਮੈਂ ਦੱਸਦਾ। ਮੰਨ ਲਓ ਮੇਰੀ ਜ਼ਿੰਦਗੀ 'ਚ ਕੋਈ ਬਹੁਤ ਮਾੜੀ ਘਟਨਾ ਵਾਪਰੀ, ਮੈਂ ਉਹਨੂੰ ਭੁੱਲਣਾ ਚਾਹੂੰਗਾ ਕਿ ਯਾਦ ਰੱਖਣਾ ਚਾਹੂੰਗਾ? ਭੁੱਲਣਾ ਚਾਹੂੰਗਾ, ਹਨਾ, ਕਿ ਭੁੱਲ ਜੇ ਯਾਰ, ਹਨਾ। ਮੇਰੇ ਮੰਨ ਲਓ ਪੈਸੇ ਚੋਰੀ ਹੋ ਜਾਣ, ਕੋਈ ਵੀ ਮਾੜੀ ਘਟਨਾ ਵਾਪਰੇ, ਮੈਂ ਸੋਚੂ ਯਾਰ ਭੁੱਲ ਜਾ ਆ ਚੀਜ਼, ਹਨਾ। ਜਦੋਂ ਮੈਨੂੰ ਚੇਤੇ ਆਉਂਦੀ ਹੈ ਮੈਂ ਡਿਸਟਰੈਕਟ ਹੁੰਦਾ, ਮੈਂ ਭੁੱਲ ਜਾਣਾ ਚੰਗੀ ਚੀਜ਼ ਹੈ। ਦੂਸਰੀ ਚੀਜ਼, ਮੈਂ ਅਕਸਰ ਬੱਚਿਆਂ ਨੂੰ ਕਹਿਣਾ ਹੁੰਦਾ ਕਿ ਜਿਹੜੀ ਚੀਜ਼ ਤੁਹਾਨੂੰ ਯਾਦ ਕਰਦਿਆਂ ਭੁੱਲਦੀ ਹੈ ਨਾ, ਉਹਨੂੰ ਇਹ ਨਾ ਸੋਚਿਆ ਕਰੋ ਕਿ ਮੇਰੀ ਬੇਇੱਜ਼ਤੀ ਹੋ ਗਈ ਹੈ। ਜਦੋਂ ਤੁਸੀਂ ਭੁੱਲ ਗਏ ਆ, ਤੁਹਾਨੂੰ ਇੱਕ ਹੋਰ ਮੌਕਾ ਮਿਲ ਗਿਆ ਉਹਨੂੰ ਚੰਗੇ ਤਰੀਕੇ ਨਾਲ ਯਾਦ ਕਰਨ ਦਾ। ਫੋਰ ਐਗਜ਼ਾਮਪਲ, ਤੁਸੀਂ ਅੱਜ ਇੱਥੇ ਸ਼ਬਦ ਬੋਲਦਿਆਂ ਭੁੱਲ ਗਏ, ਠੀਕ ਆ, ਤੁਹਾਨੂੰ ਉਸ ਵਕਤ ਇਰੀਟੇਸ਼ਨ ਜ਼ਰੂਰ ਹੋਊਗੀ, ਮੈਂ ਭੁੱਲ ਗਿਆ। ਸ਼ਾਇਦ ਜਿਹੜੇ ਸਾਹਮਣੇ ਬੈਠੇ ਸੁਣ ਰਹੇ ਹੋਣਗੇ ਉਹਨੂੰ ਵੀ ਲੱਗੂਗਾ ਕਿ ਯਾਰ ਇਹ ਕੁੜੀ ਸ਼ਬਦ ਭੁੱਲ ਗਈ ਹੈ, ਤੁਹਾਨੂੰ ਵੀ ਉਸ ਵਕਤ ਲੱਗੂਗਾ। ਪਰ ਉਸ ਤੋਂ ਨੈਕਸਟ ਟਾਈਮ ਜਦੋਂ ਤੁਸੀਂ ਉਹ ਸ਼ਬਦ ਬੋਲੋਗੇ ਤੁਹਾਨੂੰ ਭੁੱਲੇਗਾ? ਨਹੀਂ ਭੁੱਲੇਗਾ। ਕਿਉਂ? ਕਿਉਂਕਿ ਤੁਸੀਂ ਡਬਲ ਤਿਆਰੀ ਨਾਲ ਮਿਹਨਤ ਕਰੋਗੇ, ਡਬਲ ਜਿਹੜੀ એનર્ਜੀ ਉੱਤੇ ਲਾਓਗੇ। ਕੁਛ ਨਹੀਂ ਹੁੰਦਾ, ਭੁੱਲ ਜਾਣਾ ਅਲੱਗ ਚੀਜ਼ ਹੈ, ਪਰਵਾਹ ਹੀ ਨਹੀਂ ਕਰਨੀ ਕਦੇ ਕਿ ਚੀਜ਼ ਭੁੱਲ ਗਈ ਹੈ। ਇੱਕ ਕੌਨਫੀਡੈਂਸ ਰੱਖਣਾ ਆਪਣੀ ਜ਼ਿੰਦਗੀ ਦੇ ਅੰਦਰ। ਭੁੱਲ ਜਾਣਾ ਸੁਭਾਵਿਕ ਹੈ। ਵੱਡੇ ਵੱਡੇ ਲੋਕਾਂ ਦੇ ਮੈਂ ਸਟੇਜਾਂ ਤੇ ਖੜਿਆਂ ਦੇ ਪੈਰ ਕੰਬਦੇ ਵੇਖੇ ਆ ਪੁੱਤਰ, ਬੜੇ ਕਹਿੰਦੇ ਘਵਾਉਂਦੇ ਲੋਕ ਆਪਣੇ ਆਪ ਨੂੰ ਜਦੋਂ ਸਟੇਜ ਤੇ ਖੜੇ ਹੁੰਦੇ ਤੇ 2 ਗੱਲਾਂ ਨਹੀਂ ਉਹਨਾਂ ਤੋਂ ਬੋਲੀਆਂ ਜਾਂਦੀਆਂ, ਤੁਸੀਂ ਤਾਂ ਫਿਰ ਬੱਚੇ ਹੋ। ਕੁਛ ਨਹੀਂ ਹੁੰਦਾ ਜੇ ਸ਼ਬਦ ਭੁੱਲ ਜਾਂਦਾ ਹੈ ਨਾ, ਇਹਨੂੰ ਆਪਣੀ ਤੁਸੀਂ ਹੇਠੀ ਨਾ ਸਮਝਿਆ ਕਰੋ, ਇਹਨੂੰ ਤੁਸੀਂ ਆਪਣੀ ਗਲਤੀ ਨਾ ਸਮਝਿਆ ਕਰੋ। ਖੁਸ਼ ਹੋਇਆ ਕਰੋ ਕਿ ਮੈਨੂੰ ਗੁਰੂ ਸਾਹਿਬ ਨੇ ਇਸ ਕੰਮ ਨੂੰ ਕਰਨ, ਚੰਗੀ ਤਰ੍ਹਾਂ ਕਰਨ ਦੇ ਲਈ ਇੱਕ ਹੋਰ ਸੋਹਣਾ ਮੌਕਾ ਦਿੱਤਾ ਆ। ਕੋਈ ਪ੍ਰਵਾਹ ਨਹੀਂ ਜੀ। ਥੈਂਕ ਯੂ ਸੋ ਮਚ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ, ਫਤਿਹ ਜੀ, ਫਤਿਹ ਬੇਟਾ। ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮੈਂ ਸਰ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਬਾਣੀ ਕੰਠ ਕਿਆ ਤੇ ਕਿਵੇਂ ਕਰੀਏ। ਮੈਮ ਮੈਂ ਇਹਦੇ ਬਾਰੇ 2 ਵਿਚਾਰ ਅੱਜ ਦੇ ਸਾਂਝ ਕਰਨਾ ਚਾਹੁੰਦੀ ਹਾਂ, ਜੀ ਕਰ ਸਕਦੀ ਹਾਂ? ਜੀ ਜੀ ਕਰੋ ਬੇਟਾ, ਕਰੋ। ਸਾਨੂੰ ਹਮੇਸ਼ਾ ਬਾਣੀ ਪੜ੍ਹਨੀ ਚਾਹੀਦੀ ਹੈ। ਸਭ ਤੋਂ ਵੱਡੀ ਗੁਰਬਾਣੀ ਹੈ। ਗੁਰਬਾਣੀ ਸਾਡੇ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਹੈ। ਸਾਨੂੰ ਹਮੇਸ਼ਾ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ। ਗੁਰਬਾਣੀ ਇੱਕ ਚੰਗਾ ਗੁਣ ਹੈ। ਜੇ ਅਸੀਂ ਗੁਰਬਾਣੀ ਪੜਾਂਗੇ ਤਾਂ ਆਪਾਂ ਜੀਵਨ ਵਿੱਚ ਸਫਲ ਹੋ ਸਕਦੇ ਹਾਂ। ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨ ਲਈ ਅਸੀਂ ਗੁਰਦੁਆਰੇ ਜਾਂਦੇ ਹਾਂ। ਸਾਨੂੰ ਕਿਸੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ। ਗੁਰਬਾਣੀ ਪੜ੍ਹਨ ਦੇ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਸਾਨੂੰ ਗੁਰੂ ਜੀ ਦੇ ਲੜ ਲੱਗਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। फतेह जी, फतेह जी। I'm audible sir? जी जी आ रही है बेटा। ਸਰ ਜਿਵੇਂ ਕਿ ਅੱਜ ਆਪਣਾ ਟੌਪਿਕ ਸੀ ਗੁਰਬਾਣੀ ਕੰਠ ਬਾਰੇ, ਤਾਂ ਮੈਂ ਆਪਣੇ ਸਿਰਫ 2 ਮਿੰਟ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੀ। जी बेटा। ਮੇਰਾ ਫਾਦਰ ਸਾਹਿਬ, ਮੈਂ ਬਹੁਤ ਛੋਟੀ ਹੁੰਦੀ ਸੀ, ਨੀਅਰ ਅਬਾਊਟ ਮੈਂ ਨਾ ਫਸਟ ਕਲਾਸ 'ਚ ਸੀ ਜਦੋਂ ਕਿ ਮੇਰੇ ਫਾਦਰ ਸਾਹਿਬ ਗੁਰਦੁਆਰਾ ਦੇ ਵਿੱਚ ਗ੍ਰੰਥੀ ਸਿੰਘ ਸੀਗੇ जी ਤੇ ਉਹਨਾਂ ਨੇ ਮੈਨੂੰ ਨਾ ਸਵੇਰੇ ਸਵੇਰੇ ਤੜਕੇ ਉਠਾ ਲਿਆ ਕਰਨਾ ਆਪਣੇ ਨਾਲ 4 ਵਜੇ। ਤੇ ਉਦੋਂ ਨਾ ਮੀਨਸ ਕਿ ਛੋਟੀ ਹੁੰਦੀ ਸੀ, ਹੁਣ ਪੰਜਾਬੀ ਵੀ ਨਹੀਂ ਪੜ੍ਹਨੀ ਆਉਂਦੀ ਸੀ, ਤੇ ਉਦੋਂ ਮੀਨਸ ਕਿ ਨਾ ਵਾਹਿਗੁਰੂ ਵਾਹਿਗੁਰੂ ਦਾ ਮੰਤਰ ਬੋਲਦੇ ਹੀ ਰਹਿਣਾ ਸਪੀਕਰ ਦੇ ਵਿੱਚ। ਤੇ ਸਵੇਰੇ ਸਵੇਰੇ ਉੱਠ ਕੇ ਨਾ ਸਭ ਬੱਚਿਆਂ ਨੇ ਸੁਣਿਆ ਕਰਨਾ ਕਿ ਇਹ ਛੋਟਾ ਜਿਹਾ ਬੱਚਾ ਕੌਣ ਹੈ। ਸਾਰੇ ਉੱਥੇ ਮੀਨਸ ਕਿ ਅਸੀਂ ਜਿੱਥੇ ਲਿਵਿੰਗ ਰਹਿੰਦੇ ਸੀ ਉੱਥੇ ਸਾਰੇ ਸਭ ਸੁਣਦੇ ਸੀ, ਕਹਿੰਦੇ ਛੋਟਾ ਜਿਹਾ ਬੱਚਾ ਇਸ ਟਾਈਮ ਕੌਣ ਬੋਲਦਾ ਹੈ। ਸਰ ਮੈਂ ਉਦੋਂ ਤੋਂ ਮੈਨੂੰ ਨਾ ਗੁਟਕਾ ਸਾਹਿਬ ਪੜ੍ਹਨਾ ਤੇ ਮੈਨੂੰ ਆ ਤਾਂ ਪਤਾ ਨਹੀਂ ਹੁੰਦਾ ਸੀ ਕਿ ਵਿੱਚ ਲਿਖਿਆ ਕੀ ਹੈ। ਮੈਂ ਕੀ ਕਰਨਾ, ਹਰ ਇੱਕ ਸ਼ਬਦ ਨੂੰ ਵਾਹਿਗੁਰੂ ਵਾਹਿਗੁਰੂ ਏਦਾਂ ਹੀ ਬੋਲਣਾ। ਜਦੋਂ ਪੰਜਾਬੀ ਪੜ੍ਹਨੀ ਆ ਗਈ ਹੌਲੀ ਹੌਲੀ ਫਿਰ ਮੀਨਸ ਕਿ ਸਾਰੇ ਪੜ੍ਹਨਾ ਸਟਾਰਟ ਕੀਤਾ। ਸਰ ਅੱਜ ਮੈਂ ਆਪਦੇ ਫਾਦਰ ਸਾਹਿਬ ਦੀ ਬਦੌਲਤ ਇਸ ਟਾਈਮ ਇਸ ਸਟੇਜ ਤੇ ਹਾਂ ਕਿ ਮੈਂ ਬਾਣੀ ਵੀ ਕੰਠ ਕੀਤੀ ਹੋਈ ਹੈ। ਵਾਹਿਗੁਰੂ ਜੀ ਦੀ ਮਿਹਰ ਦਾ ਸਦਕਾ ਅੱਜ ਮੈਂ ਡਿਊਟੀਆਂ ਵੀ ਲਾਉਂਦੀ ਹਾਂ। ਤੇ ਮੇਰੇ ਪਾਪਾ ਨੇ ਉਹ ਮੀਨਸ ਕਿ ਹੁਣ ਹੈ ਨਹੀਂ ਇਸ ਟਾਈਮ ਮੇਰੇ ਕੋਲ, ਉਹਨਾਂ ਨੂੰ 1 ਸਾਲ ਹੋ ਗਿਆ ਪੂਰਾ ਗੁਜ਼ਰਿਆਂ ਨੂੰ। ਤੇ ਜਸਟ ਹੁਣ ਮੇਰੇ ਮਾਈਂਡ ਦੇ ਵਿੱਚ ਇੱਕੋ ਹੀ ਗੱਲ ਰਹਿੰਦੀ ਹੈ ਕਿ ਜੋ ਗੁਰਬਾਣੀ ਦੀ ਸਟੇਜ ਤੇ ਉਹ ਮੈਨੂੰ, ਜਿਸ ਗੁਰਬਾਣੀ ਦੇ ਰਾਹ ਤੇ ਉਹ ਮੈਨੂੰ ਤੋੜ ਕੇ ਗਏ ਨੇ, ਮੈਂ ਅੱਗੇ ਆਪ ਵੀ ਤੁਰਨਾ ਤੇ ਹੋਰ ਬੱਚਿਆਂ ਨੂੰ ਵੀ ਤੁਰਨਾ। ਇਸ ਦੇ ਸਦਕਾ ਮੈਂ ਹੋਰ ਵੀ ਬਹੁਤ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਗੁਰਬਾਣੀ ਕੰਠ ਕਰੋ, ਗੁਰਬਾਣੀ ਪੜ੍ਹੋ ਤੇ ਨਾਲ ਨਾਲ ਆਪਣੇ ਹਮੇਸ਼ਾ ਜਿੱਥੇ ਵੀ ਤੁਸੀਂ ਤੁਰਨਾ ਹੈ ਉੱਥੇ ਗੁਰਬਾਣੀ ਨੂੰ ਆਪਦਾ ਮੁੱਖ ਰੱਖੋ ਕਿ ਸਾਨੂੰ ਹੋਰ ਕਿਸੇ ਦਾ ਸਹਾਰਾ ਲੈਣ ਦੀ ਲੋੜ ਨਹੀਂ, ਸਿਰਫ ਵਾਹਿਗੁਰੂ ਦਾ ਸਹਾਰਾ ਲਓ, ਉਹ ਤੁਹਾਨੂੰ ਆਪੇ ਰਸਤਾ ਦਿਖਾਉਣਗੇ। जी जी बहुत वधिया बेटा, बहुत वधिया, बिल्कुल ठीक है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बिल्कुल बिल्कुल बेटा, बहुत सोहनी गल है बेटा तुहाडी कि आप भी रोशनी हेठ रहो ते होरनां नूं भी रोशनी हेठ जिहड़ा चलाउण दा यतन करो। बहुत सोहनी गल है, बहुत वधिया। हाँ जी, आवाज नहीं आ रही बेटा। वाहिगुरू जी की फतेह। फतेह जी फतेह। मेरा क्वेश्चन है, जो गुरबाणी नहीं पढ़ते उन्होंने गुरबाणी पढ़न किवें लाईदा? दो चीज़ां ने बेटा, हमेशा कोशिश करो कि तुसी कह सकते हैं, तुसी फड़ के किसी नूं नहीं बदल सकते। ते मैं हमेशा ये गल कहना हुन्ना कि जदों तुहाडे कोल कोई चंगी चीज़ होएगी ना, सोहनी चीज़ होएगी, ते सारे कहणगे आ सोहनी चीज़ मेरे कोल भी होवे, आ सोहनी चीज़ मेरे कोल भी होनी चाहिदी है। तो जदों तुसी बाणी पढ़ के चंगे चंगे काम करोगे, चंगा बिहेव करोगे, चंगा बिहेवियर सारियां नाल रखोगे, सोहनी गलबात करोगे, सारियां नूं रिस्पैक्ट दिओगे, सारियां नूं जिहड़ा आ ओह जिम्मेवारी नाल अपने फर्ज निभाओगे, ते ऑब्वियस होएगा कि वो कहणगे कि ये बंदा किवें इन्ने चंगे काम कर लैंदा आ, इहनूं इन्ने चंगे गुण चंगे काम कित्थों आउंदे ने, कित्थों ये सिੱਖਦਾ आ। ते ਉਹਦਾ जवाब होएगा कि मैं ये सारियां चीज़ां गुरबाणी चों सिੱਖੀਆਂ ने, गुरमत दी क्लास चों सिੱਖੀਆਂ ने, इतिहास चों सिੱਖੀਆਂ ने, ते ਉਹ फिर अपने आप जिहड़ा आ ਉਹ बाणी पढ़न लग जाएगा। तुसीं कह सकदे आ, ते ਉਹ अक्सर कहंदे आ ना कि एक्शन स्पीक्स लाउडर दैन योर वॉइस, है ना, कि तुहाडी आवाज़ दे नालों तुहाडा एक्शन जिहड़ा आ ਉਹ ਜ਼ਿਆਦਾ ਵਧੀਆ ਹੁੰਦਾ है, ਜ਼ਿਆਦਾ ਉੱਚਾ बोलदा आ। सो इस करके गुरबाणी कंठ करके, गुरबाणी पढ़ के अपने एक्शन नूं सोहना बनाओ। जदों तुहाडा एक्शन सोहना होएगा, तुहाडे वल वेख वेख के होर लोग जिहड़े ने ਉਹ प्रेरित होणगे, होर लोग जिहड़े ने ਉਹ जुड़नगे, होर लोग तुहाडे तों सिੱਖਣਗੇ। फॉर एग्जाम्पल तुसीं बेटा किहड़ी क्लास च पढ़दे हो? 5th ਦੇ ਵਿੱਚ। ਹੁਣ ਜਦੋਂ ਤੁਸੀਂ ਮੰਨ ਲਓ 5th ਕਲਾਸ ਚ ਪੜ੍ਹ ਕੇ ਆਉਂਦੇ ਆ, ਤੁਸੀਂ ਇੰਗਲਿਸ਼ ਸੋਹਣੀ ਬੋਲਦੇ ਹੋਵੋਗੇ, ਤੁਸੀਂ ਮੈਥ ਬਹੁਤ ਸੋਹਣਾ ਕਰਦੇ ਹੋਵੋਗੇ, ਤੁਹਾਡੇ ਲਾਗੇ ਬੰਨੇ ਉਹ ਆਂਟੀਆਂ ਤਾਈਆਂ ਚਾਚੀਆਂ ਪੁੱਛਦੀਆਂ ਹੋਣਗੀਆਂ ਨਾ ਕਿ ਤੁਹਾਡੀ ਕੁੜੀ ਕਿਹੜੇ ਸਕੂਲੇ ਪੜ੍ਹਦੀ ਹੈ, ਇਹਦਾ ਤਾਂ ਮੈਥ ਬਹੁਤ ਚੰਗਾ ਆ, ਤੁਹਾਡੀ ਕੁੜੀ ਕਿਹੜੇ ਸਕੂਲੇ ਪੜ੍ਹਦੀ ਹੈ, ਇਹਦੀ ਤਾਂ ਇੰਗਲਿਸ਼ ਬੜੀ ਚੰਗੀ ਹੈ। ਇਦਾਂ ਹੀ ਜਦੋਂ ਤੁਸੀਂ ਬਹੁਤ ਚੰਗੇ ਕੰਮ ਕਰੋਗੇ, ਤੁਹਾਡੇ ਰਿਸ਼ਤੇਦਾਰ ਸਾਕ ਸੰਬੰਧੀ, ਤੁਹਾਡੇ ਨੋਨ ਜਿਹੜੇ ਨੇ, ਤੁਹਾਡੇ ਕਲਾਸਮੇਟਸ ਜਿਹੜੇ ਨੇ, ਉਹ ਪੁੱਛਣਗੇ ਕਿ ਯਾਰ ਇਸ ਕੁੜੀ ਦਾ ਬਿਹੇਵੀਅਰ ਇੰਨਾ ਚੰਗਾ ਕਿਉਂ ਹੈ, ਇਹਦੀਆਂ ਗੱਲਾਂ ਇੰਨੀਆਂ ਚੰਗੀਆਂ ਕਿਉਂ ਨੇ, ਇਹ ਏਡੀਆਂ ਚੰਗੀਆਂ ਗੱਲਾਂ ਕਿਉਂ ਕਰਦੀ ਹੈ। ਫਿਰ ਉਹ ਹੋਏਗਾ ਕਿ ਇਹ ਬਾਣੀ ਪੜ੍ਹਦੀ ਹੈ,
ਇਹਨੇ ਇਹ ਸਾਰੀਆਂ ਚੀਜ਼ਾਂ ਬਾਣੀ ਚੋਂ ਸਿੱਖੀਆਂ ਨੇ। ਉਹ ਆਪਣੇ ਆਪ ਬਾਣੀ ਪੜ੍ਹਨ ਲੱਗੇਗਾ, ਬਾਣੀ ਸਿੱਖਣ ਲੱਗੇਗਾ ਜੀ। ਖਾਲਸਾ ਫਤਿਹ ਬੇਟਾ ਜੀ, ਫਤਿਹ ਜੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਹੈਂਡ ਰੇਜ ਬਹੁਤ ਨੇ ਪਰ ਸਮਾਂ ਆਪਣਾ ਸੀਮਤ ਹੈ ਜੀ, ਤੇ ਸਮੇਂ ਦੀ ਸਮਾਪਤੀ ਹੈ। ਹੈਂਡ ਰੇਜ ਬਹੁਤ ਹੈ, ਚੈਟ ਵਿੱਚ ਵੀ ਲਿਖਿਆ ਆ ਰਿਹਾ ਕਿ ਬਹੁਤ ਵਧੀਆ ਅੱਜ ਦਾ ਸੈਸ਼ਨ, ਬਹੁਤ ਵਧੀਆ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਸੋ ਵੀਰ ਜੀਆਂ ਦਾ ਫਿਰ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇੰਨਾ ਸਮਾਂ ਕੱਢਿਆ ਤੇ ਬੱਚਿਆਂ ਦੇ ਨਾਲ ਬਹੁਤ ਸੌਖੇ ਸੋਹਣੇ ਸੱਜੇ ਵਿਚਾਰਾਂ ਦੇ ਨਾਲ ਸਾਂਝ ਪਾਈ ਹੈ। ਜਿਹੜੀਆਂ ਸਮਝ ਆਉਣ ਵਾਲੀਆਂ ਗੱਲਾਂ ਬੱਚਿਆਂ ਦੇ ਉਸ ਤਰੀਕੇ ਦੇ ਨਾਲ ਸਮਝਾਉਣਾ ਕੀਤਾ। ਸੋ ਬਹੁਤ ਬਹੁਤ ਧੰਨਵਾਦ ਜੀ। ਵੀਰ ਜਸਵੀਰ ਸਿੰਘ ਜੀ ਦਾ ਵੀ। ਇੱਕ ਬੱਚੇ ਦਾ ਨਾ ਮੈਸੇਜ ਆਇਆ ਹੈ ਜੀ ਹੋਰ ਕੋਈ ਬੇਨਤੀ? 16/0/19 ਇਸ ਬੱਚੇ ਨੇ ਮੈਸੇਜ ਲਿਖਿਆ ਜੀ, ਬੱਚਾ ਤੋਂ ਹੈ ਔਰ ਇਸ ਬੱਚੇ ਦਾ ਸਪੈਸ਼ਲ ਮੈਸੇਜ ਆਇਆ, ਕਹਿੰਦੇ ਵੀ ਕੁਝ ਦਿਨ ਪਹਿਲਾਂ ਕੈਂਪ ਦੇ ਵਿੱਚ ਗੁਰਬਾਣੀ ਬਾਰੇ ਦੱਸਿਆ ਗਿਆ ਸੀ, ਕਹਿੰਦੇ ਨਿਤਨੇਮ ਦੀਆਂ ਬਾਣੀਆਂ ਬਾਰੇ, ਤੇ ਉਸ ਦਿਨ ਤੋਂ ਬਾਅਦ ਮੈਂ ਜਿਹੜੀ ਨਿਤਨੇਮ ਦੀਆਂ ਬਾਣੀਆਂ ਨੇ ਉਹ ਕੰਠ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਅੰਮ੍ਰਿਤ ਵੇਲੇ ਨਿਤਨੇਮ ਵੀ ਕਰਨਾ ਸ਼ੁਰੂ ਕਰ ਦਿੱਤਾ। ਸੋ ਬਹੁਤ ਵਧੀਆ ਜੀ, ਜਿਹੜੇ ਬੱਚੇ ਸੁਣ ਕੇ ਅਮਲ ਕਰ ਰਹੇ ਨੇ ਉਹਨਾਂ ਦਾ ਬਹੁਤ ਧੰਨਵਾਦ। ਤੇ ਅਸੀਂ ਕੋਸ਼ਿਸ਼ ਕਰੀਏ ਜਿੱਥੇ ਆਪ ਜੁੜੀਏ ਉੱਥੇ ਹੋਰਨਾਂ ਨੂੰ ਵੀ ਨਾਲ ਜੋੜੀਏ, ਪਰ ਗੱਲ ਉਹੀ ਅੱਗੇ ਕਰੀਏ ਜਿਹਦੇ ਤੇ ਅਸੀਂ ਆਪ ਵੀ ਅਮਲ ਕਰੀਏ। ਸੋ ਬਹੁਤ ਧੰਨਵਾਦ ਜੀ ਸਾਰੇ ਹੀ ਵਿਦਿਆਰਥੀਆਂ ਦਾ। ਬਹੁਤ ਅੱਜ ਮਲਕੀਤ ਵੀਰ ਜੀ ਦਾ ਧੰਨਵਾਦ ਕਰ ਰਹੇ ਨੇ ਕਿ ਸਾਨੂੰ ਬਹੁਤ ਵਧੀਆ ਸਮਝਾਇਆ। ਆਸ ਕਰਦੇ ਹਾਂ ਸਾਰੇ ਜਣੇ ਜ਼ਰੂਰ ਜਿਹੜਾ ਹੈਗੇ ਅਸੀਂ ਬਾਣੀ ਕੰਠ ਕਰਕੇ ਆਪਣੇ ਜਿਹੜੇ ਦਿਮਾਗ ਹੈ ਉਹਦੇ ਵਿੱਚ ਪੋਜ਼ਿਟਿਵ ਥਾਟਸ ਭਰਾਂਗੇ। ਬੱਚੀ 10160 ਪਟਿਆਲਾ ਤੋਂ, ਇਹਨਾਂ ਨੇ ਵੀ ਬਹੁਤ ਵਧੀਆ ਥਾਟ ਲਿਖਿਆ ਜੀ ਕਿ ਜਦੋਂ ਜਿਹੜੇ ਦਿਮਾਗ ਹੈ ਉਹਦੇ ਵਿੱਚ ਬੁਰੇ ਵਿਚਾਰ ਹੋਣਗੇ, ਸਾਡੀ ਜਿਹੜੀ ਪੂਰੀ ਬਾਡੀ ਹੈ ਉਹ ਜੋ ਵੀ ਐਕਸ਼ਨ ਲਏਗੀ ਉਹਦੇ ਅਕੋਰਡਿੰਗ ਲਏਗੀ, ਤੇ ਜੇ ਸਾਡੇ ਮਾਈਂਡ ਦੇ ਵਿੱਚ ਗੁਰਬਾਣੀ ਹੋਏਗੀ, ਉਹ ਸਾਫ਼ ਸੁਥਰਾ ਹੋਏਗਾ, ਤਾਂ ਉਹਦੇ ਨਾਲ ਕੀ ਹੋਏਗਾ, ਜੋ ਵੀ ਸਾਡੇ ਐਕਸ਼ਨਸ ਹੋਣਗੇ ਉਹ ਉਹਦੇ ਅਕੋਰਡਿੰਗ ਹੋਣਗੇ। ਬਹੁਤ ਵਧੀਆ ਜੀ ਸਾਰੇ ਹੀ ਸਟੂਡੈਂਟਸ ਦਾ। ਬਹੁਤ ਸਾਰੇ ਬੱਚੇ ਹੁਣ ਲਿਖ ਰਹੇ ਨੇ ਕਿ ਅਸੀਂ ਗੁਰਬਾਣੀ ਪੜ੍ਹਨੀ ਸਮਝਣੀ ਸ਼ੁਰੂ ਕਰ ਦਿੱਤੀ ਹੈ। ਸੋ ਬਹੁਤ ਧੰਨਵਾਦ ਜੀ ਸਾਰਿਆਂ ਦਾ। ਸੋ ਸਾਰੇ ਬੱਚਿਆਂ ਨੂੰ ਬੇਨਤੀ ਹੈ ਜੀ, ਅਗਰ ਕਿਸੇ ਦਾ ਕੋਈ ਵੀ ਹੋਰ ਮੈਸੇਜ ਹੋਵੇ, ਰਜਿਸਟ੍ਰੇਸ਼ਨ ਦੀ ਫੀਸ ਕੋਈ ਨਹੀਂ ਹੈਗੀ, ਬੱਚੇ ਮੈਸੇਜ ਦੇ ਵਿੱਚ ਲਿਖ ਰਹੇ ਨੇ, ਬਿਲਕੁਲ ਫ੍ਰੀ ਹੈ ਜੀ। ਤੁਸੀਂ ਜਿਹੜਾ ਲਿੰਕ ਹੈਗਾ ਤੁਹਾਨੂੰ ਗਰੁੱਪ ਦੇ ਵਿੱਚ ਭੇਜਿਆ ਗਿਆ, ਉਸ ਗਰੁੱਪ ਦੇ ਜਿਹੜਾ ਲਿੰਕ ਹੈ ਫਾਰਮ ਦਾ, ਉੱਥੋਂ ਦੀ ਤੁਸੀਂ ਲੈ ਸਕਦੇ ਹੋ, ਨਹੀਂ ਤਾਂ ਮੈਂ ਇੱਕ ਨੰਬਰ ਚੈਟ ਦੇ ਵਿੱਚ ਲਿਖ ਰਹੀ ਹਾਂ, ਉਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਲਿੰਕ ਲੈ ਸਕਦੇ ਹੋ ਜੀ। ਤੇ ਵਾਈ ਲਿਖਣ ਤੋਂ ਬਾਅਦ ਕਿਰਪਾ ਕਰਕੇ ਜਿਨ੍ਹਾਂ ਨੇ ਅਟੈਂਡੈਂਸ ਲਗਾ ਦਿੱਤੀ ਹੈ ਉਹਨਾਂ ਨੂੰ ਸਭ ਨੂੰ ਬੇਨਤੀ ਹੈ ਕਿ ਉਹ ਆਪਣਾ ਜਿਹੜਾ ਕੈਂਪ ਹੈ ਉਹ ਲੀਵ ਕਰ ਸਕਦੇ ਹੈ। ਸੋ ਭੈਣ ਜੀ ਆਪ ਜੀ ਕੈਂਪ ਦੀ ਸਮਾਪਤੀ ਕਰ ਸਕਦੇ ਹੋ ਜੀ। ਬਹੁਤ ਬਹੁਤ ਧੰਨਵਾਦ ਜੀ ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਟੀਮ ਵੱਲੋਂ ਸਾਰਿਆਂ ਦਾ। ਜਿੰਨੇ ਵੀ ਪਰਿਵਾਰ ਜੁੜਦੇ ਆ, ਜਿੰਨੇ ਵੀ ਵਿਦਿਆਰਥੀ ਜੁੜਦੇ ਆ, ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਗੁਰੂ ਸਾਹਿਬ ਇਸੇ ਤਰ੍ਹਾਂ ਸਾਡੇ ਸਾਰਿਆਂ ਤੇ ਬਖਸ਼ਿਸ਼ ਬਣਾਈ ਰੱਖਣ ਕਿ ਅਸੀਂ ਸਾਰੇ ਹੀ ਇਸ ਤਰ੍ਹਾਂ ਜੁੜਦੇ ਰਹੀਏ ਤੇ ਨਵਾਂ ਨਵਾਂ ਗਿਆਨ ਗੁਰੂ ਦੀ ਸਿਫਤ ਸਲਾਹ ਕਰਦੇ ਰਹੀਏ। ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।